ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਣ ਜਦੋਂ ਕਿ ਬਾਦਲ ਸਾਹਿਬ ਦਾ ਸਿਵਾ ਠੰਡਾ ਹੋ ਚੁੱਕਿਆ, ਸਾਡੇ ਸਿਆਸਤਦਾਨਾਂ ਨੇ ਅਜੇ ਵੀ ਕੁਝ ਨਹੀਂ ਸਿੱਖਿਆ ਏਡੇ ਵੱਡੇ ਪੋਲੀਟੀਸ਼ੀਅਨਸ ਤੇ ਇੰਨੇ ਵੱਡੇ ਸਫਲ ਕੈਰੀਅਰ ਵਜੋਂ। ਵਿਵਾਦ ਹਰ ਇੱਕ ਨਾਲ ਹੁੰਦੇ ਆ ਔਰ ਉਹਨਾਂ ਦੀ ਚਰਚਾ ਹੁੰਦੀ ਰਹਿੰਦੀ ਹੈ, ਪਰ ਕਿਸੇ ਵੀ ਵਿਅਕਤੀ ਦਾ ਇੰਨੇ ਲੰਬੇ ਸਮੇਂ ਤੱਕ ਸਿਆਸਤ ਵਿੱਚ ਬਣੇ ਰਹਿਣਾ ਤੇ ਪ੍ਰਸੰਗਕ ਰਹਿਣਾ, ਤਰਕ ਸੰਗਤ ਰਹਿਣਾ, ਇਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ। ਮੇਰਾ ਅੱਜ ਦਾ ਸੰਦਰਭ ਸਿਰਫ ਇੰਨਾ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਬੁੱਕ ਕਰ ਲਿਆ ਗਿਆ, ਉਹਨਾਂ ਦੇ ਖਿਲਾਫ ਇੱਕ FIR ਹੋਈ ਹੈ। ਵੱਡੇ ਸਿਆਸਤਦਾਨ ਕਦੇ ਵੀ ਕਿਸੇ ਘੋਰ ਵਿਰੋਧੀ ਨੂੰ ਕਦੇ ਵੀ ਲਾਈਮਲਾਈਟ 'ਚ ਆਉਣ ਦਾ ਮੌਕਾ ਨਹੀਂ ਸੀ ਦਿੰਦੇ, ਕਦੇ ਵੀ। ਜਿਹਨੂੰ ਕਹਿੰਦੇ ਹੁੰਦੇ ਸੀ ਛੱਡੋ ਜੀ ਕਾਕਾ ਜੀ, ਛੱਡੋ ਜੀ, ਉਹਨਾਂ ਦੀ ਕੀ ਗੱਲ ਕਰਨੀ। ਸੋ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਕਰਤਾ ਗਿਆ STM ਦੀ ਸ਼ਿਕਾਇਤ ਉੱਤੇ। ਹੁਣ ਇਹਦੇ ਉੱਤੇ ਗੱਲ ਕਰਾਂਗੇ ਕਿ ਖਹਿਰਾ ਨੇ ਕਿਹਾ ਕੀ ਸੀਗਾ ਔਰ ਕੀ ਜੇ ਕੱਲ ਨੂੰ ਖਹਿਰਾ ਇਸੇ ਮਾਮਲੇ 'ਚ ਵਿਧਾਨ ਸਭਾ ਦੇ ਸਪੀਕਰ ਕੋਲ ਚਲੇ ਜਾਂਦੇ ਪ੍ਰਿਵਿਲੇਜ ਕਮੇਟੀ ਦੇ ਨਜ਼ਰੀਏ ਤੋਂ, ਕਿਉਂਕਿ ਅਸੀਂ ਤਾਂ ਸੁਣਿਆ ਹੀ ਆ ਨਾ ਕਿ ਚੀਫ ਸੈਕਟਰੀ ਤੋਂ ਵੱਡਾ ਰੁਤਬਾ MLA ਦਾ ਹੁੰਦਾ ਤੇ ਉਹ ਕੀ SDM ਨਾਲ ਗੱਲ ਕਰ ਸਕਦਾ। ਤੇ ਜੇ ਖਹਿਰਾ ਨੇ ਥ੍ਰੈਟ ਕੀਤਾ ਕਿਸੇ ਵੀਡੀਓ ਦੇ ਵਿੱਚ ਉਹ ਨਹੀਂ ਚੀਜ਼ ਆਈ ਤਾਂ SDM ਸਾਹਿਬ ਨੂੰ ਪਤਾ ਤੇ ਗੱਲ ਵੱਖਰੀ। ਦੂਜੀ ਗੱਲ, ਜਲੰਧਰ ਇਲੈਕਸ਼ਨ ਕੱਲ ਸ਼ਾਮੀ ਭਖ ਗਈ, ਰੋਡ ਸ਼ੋਅ ਕੀਤੇ ਫਲੋਰ ਵਾਲੀ ਸਾਈਡ ਤੇ ਮੁੱਖ ਮੰਤਰੀ ਪੰਜਾਬ, ਜਿਹੜਾ ਉਹਨਾਂ ਦਾ ਪ੍ਰਚਰਚਿਤ ਅੰਦਾਜ਼ ਹੈ, ਰੋਡ ਸ਼ੋਅ ਕਰਦੇ, ਹੱਥ ਹਿਲਾਉਂਦੇ, ਭਾਸ਼ਣ ਦਿੰਦੇ ਆ। ਉਹਨਾਂ ਨੇ ਕੱਲ ਕਰਪਸ਼ਨ ਦੇ ਉੱਤੇ ਤਗੜਾ ਵਾਰ ਕੀਤਾ ਤੇ ਬਾਜਵਾ ਸਾਹਿਬ ਕਹਿੰਦੇ ਰਾਜੇ ਨਹੀਂ, ਇਹ ਤਾਂ ਮਹਾਰਾਜੇ ਨੇ। ਬਾਜਵਾ ਨੇ ਵੀ ਤਗੜਾ ਵਾਰ ਕੀਤਾ, ਕੋਠੀਆਂ, VIP ਸਹੂਲਤਾਂ, ਹਜ਼ਾਰ ਗਨਮੈਨ, ਕਈ ਗੱਲਾਂ ਹੋਈਆਂ ਤੇ BJP ਨੇ ਵੀ ਇੱਕ ਬਹੁਤ ਵੱਡਾ ਹਮਲਾ ਕੀਤਾ। ਗੱਲ ਕਰਾਂਗੇ ਅੱਜ ਕੈਬਨਿਟ ਜੁੜੇਗੀ ਲੁਧਿਆਣੇ ਦੇ ਵਿੱਚ, ਪੰਜਾਬ ਦੀ ਕੈਬਨਿਟ। ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਜਾਣ ਤੋਂ ਪਹਿਲਾਂ ਇੱਕ ਵਾਰੀ ਬਟਾਲੇ ਦੇ ਵਿੱਚ ਕੈਬਨਿਟ ਮੀਟਿੰਗ ਕਰਨ ਆਏ ਸੀ, ਬੜਾ ਰੌਲਾ ਪਿਆ। ਪ੍ਰਤਾਪ ਸਿੰਘ ਬਾਜਵਾ ਨੇ ਤੇ ਦਾਅਵਾ ਕਰਤਾ ਸੀ ਕਿ ਬਟਾਲਾ ਜ਼ਿਲ੍ਹਾ ਬਣਾਇਆ ਜਾਊਗਾ, ਪਰ ਨਹੀਂ। ਆਪਾਂ ਅੱਗੇ ਚੱਲਦੇ ਹਾਂ। ਬੇਅਦਬੀ ਦੇ ਮਾਮਲੇ ਤੇ ਕੀ ਅੱਜ ਦੀ ਕੈਬਨਿਟ ਦੇ ਵਿੱਚ ਕੋਈ ਚਰਚਾ ਹੋਊਗੀ? ਹੁਣ ਲੋਕਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਖਿਆਲ ਪਨਪਣ ਲੱਗ ਗਿਆ ਕਿ ਬੇਅਦਬੀ ਕਰਨ ਵਾਲਿਆਂ ਦੀ ਉਹਨਾਂ ਦਾ ਕੁਝ ਨਹੀਂ ਹੋਣਾ, ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਣੀ, ਸਰਕਾਰਾਂ ਦੇ ਪੱਲੇ ਕੱਖ ਨਹੀਂ ਹੈ, ਨਹੀਂ ਦਮ ਇਹਨਾਂ 'ਚ। ਕੱਲ ਇੱਕ ਵਕੀਲ ਪਿਸਟਲ ਲੈ ਕੇ ਸਾਹਮਣੇ ਸਾਹਮਣੀ ਹੋ ਗਿਆ, ਪੁਲਿਸ ਨੇ ਨੱਪ ਲਿਆ, ਪਰ ਲੋਕ ਭਾਵਨਾਵਾਂ ਦਾ ਕੀ ਕਰੋਗੇ? ਸੋ ਇਹ ਕੀ ਕੈਬਨਿਟ ਇਹਦੇ ਸੰਬੰਧੀ ਕੋਈ ਚਰਚਾ ਲੈ ਕੇ ਆਊਗੀ? ਔਰ ਕੀ ਬੰਦੀ ਸਿੱਖਾਂ ਦੇ ਮਾਮਲੇ 'ਚ ਵੀ ਕੋਈ, ਕਿਉਂਕਿ ਬਹੁਤ ਅਹਿਮ ਮੌਕਾ ਹੈ ਤੇ ਅੱਗੇ ਇਲੈਕਸ਼ਨ ਖੜੀ ਹੈ, ਤੇ ਸਿੱਖ ਮਾਨਸਿਕਤਾ ਨੂੰ ਠਾਰਨ ਲਈ ਵੀ ਕੋਈ ਯਤਨ ਹੋਣਗੇ? ਅੱਜ ਦੇ ਦਿਨ ਵੇਖਣ ਵਾਲੀ ਗੱਲ ਹੋਊਗੀ। ਵਿਜੀਲੈਂਸ ਦੇ ਨਜ਼ਰੀਏ ਤੋਂ ਬ੍ਰਹਮ ਮਹਿੰਦਰਾ ਕਸੂਤੇ ਫਸੇ ਹੋਏ ਆ, ਸੁੰਦਰ ਸ਼ਾਮ ਅਰੋੜਾ ਨਾਲ ਸੰਬੰਧਿਤ ਵੀ ਕੁਝ ਡਿਵੈਲਪਮੈਂਟਸ ਨੇ, ਤੁਹਾਡੇ ਨਾਲ ਜ਼ਿਕਰ ਕਰਦੇ ਆ। ਲੇਕਿਨ ਜਦੋਂ ਕਦੇ ਵੀ ਜ਼ਿਕਰ ਆਉਂਦਾ ਦਰਿਆਵਾਂ ਦੇ ਕੋਲ ਲੱਗਦੀਆਂ ਜ਼ਮੀਨਾਂ ਦਾ, ਮੈਨੂੰ ਯਾਦ ਹੈ ਮਕੌੜਾ ਪੱਤਣ ਤੋਂ ਪਰਲੇ ਪਾਸੇ ਦੀਆਂ ਜ਼ਮੀਨਾਂ ਦਾ ਜ਼ਿਕਰ ਹੁੰਦਾ ਰਿਹਾ, ਰਾਵੀ ਤੋਂ ਪਾਰ ਦੀਆਂ ਜ਼ਮੀਨਾਂ ਦਾ ਹੁੰਦਾ ਰਿਹਾ, ਬਿਆਸ ਦੇ ਨਾਲ ਬਿਆਸ ਦੀਆਂ ਜ਼ਮੀਨਾਂ ਦਾ ਜ਼ਿਕਰ ਹੁੰਦਾ ਰਿਹਾ, ਡੇਰਿਆਂ ਦਾ ਜ਼ਿਕਰ ਹੁੰਦਾ ਰਿਹਾ। ਆਖਰ ਜ਼ਮੀਨਾਂ ਦੱਬਣ ਦੇ ਰੌਲੇ ਕਿਉਂ ਪੈਂਦੇ? ਹੁਣ ਜਦੋਂ NGT ਨੇ ਚੀਫ ਸੈਕਟਰੀ ਨੂੰ ਕਿਹਾ ਰਿਪੋਰਟ ਦਿਓ ਤੇ ਗੱਲ ਇੱਥੇ ਕਰਦੇ ਆ, ਤੇ ਉਂਝ ਕਿਸਾਨੀ ਖੁਦਕੁਸ਼ੀਆਂ ਰੁਕ ਸਕਦੀਆਂ ਜੇ ਕੋਈ ਸੁਹਿਰਦ ਹੋਵੇ। ਗੱਲ ਕਰਦੇ ਆ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਸੁਖਪਾਲ ਖਹਿਰੇ ਵਾਲੇ ਮਾਮਲੇ ਨੂੰ ਅੱਗੇ ਵਧਾਓ ਜ਼ਰਾ। ਰੰਧਾਵਾ ਸਾਹਿਬ, ਕੱਲ ਸਰਕਾਰ ਨੇ ਬੁੱਕ ਕਰ ਲਿਆ, ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ, ਮੈਂ ਇਹਦੇ 'ਚ ਤਾਂ ਹੁਣ ਕੀ ਜਾਣਾ। ਪਰ ਸਵਾਲ ਇਹ ਸੀਗਾ ਕਿ ਮੈਂ ਉਹਨਾਂ ਦੇ ਦੋਨੋਂ ਵੀਡੀਓ ਦੇਖੇ ਹੈਗੇ ਆ ਸੁਖਪਾਲ ਖਹਿਰਾ ਹੋਰਾਂ ਦੇ। ਇੱਕ ਤਾਂ ਉਹ ਵਾਲਾ ਵੀਡੀਓ ਜਿਸ 'ਚ ਉਹ ਕਹਿ ਰਹੇ ਮੈਨੂੰ ਥ੍ਰੈਟ ਦਿੱਤੀ ਹੈ, ਪਰ ਮੈਂ ਉਹ ਸਾਰਾ ਵੀਡੀਓ 2 ਮਿੰਟ 21 ਸਕਿੰਟ ਦਾ ਸ਼ਾਇਦ ਵੀਡੀਓ ਹੈ ਜਿਹੜਾ ਉਹਨਾਂ ਨੇ ਆਪਣੇ ਟਵਿੱਟਰ ਤੇ ਅਪਲੋਡ ਕੀਤਾ ਹੋਇਆ। ਮੈਂ ਉਹ ਸਾਰਾ ਵੀਡੀਓ ਤਕਰੀਬਨ ਸੁਣਿਆ। ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਹੈ ਜਿਹਦੇ ਵਿੱਚ ਇਹ ਕਿਹਾ ਜਾਏ ਕਿ ਉਹ ਥ੍ਰੈਟ ਦਿੱਤੀ ਜਾ ਰਹੀ ਹੈ। ਹਾਂ, ਔਖੇ ਸਵਾਲ ਹੈਗੇ ਆ ਜਿਹੜੇ ਕਈ ਵਾਰੀ ਮੈਨੂੰ ਲੱਗਦਾ ਕਿ ਜਿਹੜਾ ਬਿਊਰੋਕਰੈਟ ਆ ਉਹ ਫਸ ਜਾਂਦਾ ਹੈ ਕਿ ਸਰਕਾਰ ਵੱਲੋਂ ਦਬਾਅ ਹੁੰਦਾ ਕਿ ਇਸ ਤੋਂ ਹੀ ਕਰਵਾਉਣਾ ਹੈ ਕੰਮ, ਤੇ ਉਹ ਕੰਮ ਹੁੰਦਾ ਹੈ ਨਹੀਂ ਕਰਨਯੋਗ। ਤੇ ਜਦੋਂ ਫਿਰ ਓਪੋਜੀਸ਼ਨ ਰੌਲਾ ਪਾਉਂਦੀ ਹੈ ਤਾਂ ਫਿਰ ਜਵਾਬ ਦੇਣਾ ਔਖਾ ਹੋ ਜਾਂਦਾ। ਇਸ ਤਰ੍ਹਾਂ ਦੀ ਚੀਜ਼ ਤਾਂ ਉਹ ਲੱਗਦੀ ਹੈ, ਪਰ ਥ੍ਰੈਟ ਵਾਲੀ ਕੋਈ ਗੱਲ ਮੈਨੂੰ ਲੱਗਦੀ ਨਹੀਂ ਹੈ। ਦੂਸਰੀ ਇੱਕ ਵੀਡੀਓ ਉਹਨਾਂ ਨੇ ਹੋਰ ਅਪਲੋਡ ਕੀਤੀ ਹੋਈ ਹੈ, ਜਿਹੜੀ ਉਹਨਾਂ ਨੇ ਧਰਨਾ ਦਿੱਤਾ ਹੋਇਆ, ਜਿਹੜੀ ਫਸਲ ਖਰਾਬ ਹੋਈ ਸੀ ਉਹਦੀ ਗਿਰਦਾਵਰੀ ਨੂੰ ਲੈ ਕੇ। ਉਸ 'ਚ ਖੁਦ SDM ਸਾਹਿਬ ਹੀ ਉੱਥੇ ਆਏ ਆ ਤੇ ਉਹਨਾਂ ਨੇ ਸਾਰੀ ਸਥਿਤੀ ਸਪਸ਼ਟ ਕੀਤੀ ਹੋਈ ਹੈ। ਸੋ ਮੈਨੂੰ ਇਹ ਵੀਡੀਓਜ਼ ਦੇਖ ਕੇ ਤਾਂ ਕੋਈ ਇਹੋ ਜਿਹਾ ਨਹੀਂ ਲੱਗਿਆ ਵੀ ਕੋਈ ਉਹਨਾਂ ਨੇ ਥ੍ਰੈਟ ਦਿੱਤੀ ਹੈ, ਕਿਉਂਕਿ ਵੀਡੀਓ ਜਿਹੜਾ ਹੈਗਾ ਰੰਧਾਵਾ ਦਾ ਤੁਸੀਂ ਦੇਖੋ ਨਾ, ਸਿਰਫ 2 ਮਿੰਟ 21 ਸਕਿੰਟ ਦਾ ਹੈ, ਅੱਗੇ ਉਹ ਚਲਦੇ ਰੁਕ ਜਾਂਦਾ। ਜੇ ਤਾਂ ਉਸ ਤੋਂ ਬਾਅਦ ਕੋਈ ਗੱਲ ਕੀਤੀ ਹੈ ਇਹ ਜੀ
ਜਿਹੜੀ ਮਤਲਬ ਥ੍ਰੈਟ ਵਾਲੀ ਹੈ, ਤਾਂ ਮੈਨੂੰ ਲੱਗਦਾ ਕਿ ਉਸ ਪਾਰਟ ਤੇ ਤਾਂ ਫਿਰ ਖਹਿਰਾ ਸਾਹਿਬ ਠੀਕ ਨਹੀਂ ਹੈਗੇ। ਲੇਕਿਨ ਜੇ ਉਹ ਓਨੀ ਕੀ ਹੈ ਜਾਂ ਉਹੇ ਜਿਹੀ ਹੀ ਗੱਲ ਹੈ, ਫਿਰ ਤਾਂ ਮੈਨੂੰ ਲੱਗਦਾ ਵੀ ਇੱਕ ਐਮਐਲਏ ਜਿਹੜਾ ਹੈਗਾ ਉਹ ਅਗਰ ਆਪਣੇ ਹਲਕੇ ਦੇ ਐਸਡੀਐਮ ਨੂੰ ਵੀ ਕਹਿ ਨਹੀਂ ਸਕਦਾ ਤਾਂ ਫਿਰ ਹੋਰ ਕਿਹਨੂੰ ਕਹੇਗਾ ਜਾ ਕੇ। ਮੈਨੂੰ ਲੱਗਦਾ ਕਿ ਇਹ ਪ੍ਰੋਟੋਕੋਲ ਹੈ, ਇਹ ਇੱਕ ਐਸਓਪੀ ਵੀ ਜਾਰੀ ਹੋਈ ਹੈ, ਸਾਰੇ ਆਫੀਸਰਸ ਨੂੰ ਜਾਰੀ ਹੋਈ ਹੈ ਕਿ ਜਿਹੜਾ ਇੱਕ ਹਲਕੇ ਦਾ ਐਮਐਲਏ ਹੈ ਉਹਦਾ ਰੁਤਬਾ ਚੀਫ ਸੈਕਟਰੀ ਤੋਂ ਉੱਪਰ ਹੈ। ਤੇ ਜੇ ਹੁਣ ਚੀਫ ਸੈਕਟਰੀ ਰੈਂਕ ਦਾ ਬੰਦਾ ਜਾਂ ਉਸ ਤਰ੍ਹਾਂ ਦਾ ਸਟੇਟਸ ਵਾਲਾ ਬੰਦਾ ਐਸਡੀਐਮ ਨੂੰ ਵੀ ਇੰਨਾ ਨਹੀਂ ਕਹਿ ਸਕਦਾ ਵੀ ਜਿਹੜਾ ਤੁਸੀਂ ਆਹ ਨੀਂਹ ਪੱਥਰ ਰਖਾਇਆ ਹੈ ਇਹ ਤਾਂ ਹਾਰੇ ਹੋਏ ਐਮਐਲਏ ਦਾ। ਔਰ ਤੁਸੀਂ ਖੁਦ ਹੀ ਪਹਿਲਾਂ ਕਹਿੰਦੇ ਰਹੇ ਹੋ ਕਿ ਅਸੀਂ ਜਿਹੜੇ ਹਲਕਾ ਇੰਚਾਰਜ ਹੈ ਇਹਨਾਂ ਤੋਂ ਨਹੀਂ ਪੱਤਰ ਲਿਖਾਇਆ ਨਹੀਂ ਜਾਊਗਾ, ਤਾਂ ਤੁਸੀਂ ਕਾਰਵਾਈ ਕੀ ਕੀਤੀ ਹੈ ਮੈਨੂੰ ਇਹ ਦੱਸਿਆ ਜਾਏ। ਉਹਨਾਂ ਨੇ ਕਿਹਾ ਵੀ ਮੈਂ ਤਾਂ ਭੇਜਤਾ ਲਿਖ ਕੇ ਰੂਰਲ ਡਿਵੈਲਪਮੈਂਟ ਵਾਲਿਆਂ ਨੂੰ, ਉਹਨਾਂ ਨੇ ਕਾਰਵਾਈ ਕਰਨੀ ਹੈ, ਮੈਨੂੰ ਹਫਤਾ 2 ਹਫਤੇ ਦੇ ਵਿੱਚ ਹੋ ਜਾਏਗੀ। ਦੇਖੋ ਇੱਥੇ ਨਾ ਇਹੀ ਮੈਂ ਜਿਹੜੀ ਰੰਧਾਵਾ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਇੱਥੇ ਜਦੋਂ ਤੋਂ ਓਪੋਜੀਸ਼ਨ ਚ ਹੁੰਦੇ ਆ ਅਸੀਂ ਗੱਲਾਂ ਉਦੋਂ ਕਰਦੇ ਆ ਕਿ ਹਾਰੇ ਹੋਏ ਐਮਐਲਏ ਤੋਂ ਨਹੀਂ ਨੀਂਹ ਪੱਥਰ ਰਖਾਣਾ, ਨੀਂਹ ਪੱਥਰ ਉਸ ਹਲਕੇ ਦਾ ਐਮਐਲਏ ਹੀ ਰੱਖੂਗਾ। ਪਰ ਜਦੋਂ ਸੱਤਾ ਚ ਆ ਜਾਂਦੇ ਆ ਤਾਂ ਜਿਹੜਾ ਜਿੱਥੇ ਬੰਦਾ ਹਾਰ ਜਾਂਦਾ ਹੈ ਫਿਰ ਉਹ ਕਹਿੰਦਾ ਮੇਰੀ ਤਾਂ ਪੁੱਛ ਪੜਤਾਲ ਹੀ ਤਾਂ ਹੋਊਗੀ ਜੇ ਮੈਨੂੰ ਤੁਸੀਂ ਕੋਈ ਪਾਵਰਸ ਦੋਗੇ। ਤਾਂ ਉੱਥੇ ਜਿਹੜੇ ਆਫੀਸ਼ੀਅਲਸ ਨੇ ਉਹ ਜ਼ਰੂਰ ਇੱਕ ਵਾਰੀ ਫਸ ਜਾਂਦੇ ਆ, ਖਾਸ ਤੌਰ ਤੇ ਜਿੱਥੇ ਆਪੋਜੀਸ਼ਨ ਦਾ ਐਮਐਲਏ ਸੱਤਾ ਉਸ ਚ ਹੈ ਜਿੱਤਿਆ ਹੋਇਆ। ਤਾਂ ਇੱਥੇ ਵੀ ਸੇਮ ਗੱਲ ਹੀ ਸੀਗੀ ਜਿੱਥੇ ਇਹ ਫਸ ਗਏ ਹੈ ਐਸਡੀਐਮ ਸਾਹਿਬ ਤੇ ਹੁਣ ਉਹ ਗੱਲ। ਪਰ ਮੈਨੂੰ ਇੱਕ ਗੱਲ ਲੱਗ ਰਹੀ ਹੈ ਕਿ ਜਿਹੜੀ ਜੇ ਦੇਖੋ ਸਰਕਾਰ ਇਹ ਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਲਈ ਅੱਖ ਦਾ ਕੰਡਾ ਬਣਿਆ ਹੋਇਆ ਔਰ ਉਹ ਚੁਭਦਾ ਰਹਿੰਦਾ ਉਹਨਾਂ ਨੂੰ, ਹਰ ਉਹਨਾਂ ਦੀ ਗੱਲ ਨਾ ਬਹੁਤ ਚੁਭਦੀ ਹੈ। ਤੇ ਜੇ ਚੀਫ ਮਿਨਿਸਟਰ ਦੇ ਕਹਿਣ ਤੇ ਜਾਂ ਹੋਰ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਨੇ ਉਹਨਾਂ ਦੇ ਕਹਿਣ ਤੇ ਅਗਰ ਇਹ ਪਰਚਾ ਹੋਇਆ ਤਾਂ ਮੈਨੂੰ ਲੱਗਦਾ ਕਿ ਇੱਥੇ ਇਹ ਥੋੜੀ ਗਲਤ ਗੱਲ ਹੈ, ਕਿਉਂਕਿ ਖੁਦ ਭਗਵੰਤ ਮਾਨ ਵੀ ਇਹ ਕਹਿੰਦੇ ਰਹੇ ਹੈ ਕਿ ਉਹ ਜਿਹੜੇ ਹਲਕਾ ਇੰਚਾਰਜ ਨੇ, ਉਹਦਾ ਹਲਕੇ ਹੋਏ ਇੰਚਾਰਜ ਵੀ ਦੱਸਦੇ ਰਹਿੰਦੇ ਸੀ ਉਹਨਾਂ ਨੂੰ, ਤਾਂ ਉਹ ਕਹਿੰਦਾ ਵੀ ਇਸ ਤਰ੍ਹਾਂ ਦੇ ਤਾਂ ਨਹੀਂ ਰੱਖਣੇ ਚਾਹੀਦੇ ਉਹਨਾਂ ਨੂੰ ਕੀ, ਉਹ ਤਾਂ ਜਿੱਤੇ ਹੀ ਨਹੀਂ ਹੋਏ, ਲੋਕਾਂ ਨੇ ਵਿਸ਼ਵਾਸ ਉਹਨਾਂ ਤੇ ਜਦੋਂ ਜਿਤਾਇਆ ਹੀ ਨਹੀਂ ਤਾਂ ਉਹਨਾਂ ਤੋਂ ਕਿਉਂ। ਤਾਂ ਹੁਣ ਜਦੋਂ ਉਹਨਾਂ ਦੀ ਆਪਣੀ ਸਰਕਾਰ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਨਵੇਂ ਪੂਰਨੇ ਪਾਣੇ ਚਾਹੀਦੇ ਸੀ, ਬਿਲਕੁਲ ਨਹੀਂ ਰਖਵਾਉਣਾ ਚਾਹੀਦਾ ਸੀ। ਨਹੀਂ ਉਹ ਤੁਸੀਂ ਆਪਣੇ ਐਮਐਲਏ ਤੋਂ ਰਖਵਾਉਣਾ ਚਾਹੁੰਦੇ ਤਾਂ ਚਾਹੇ ਉੱਥੇ ਦੇ ਐਸਡੀਐਮ ਤੋਂ ਰਖਵਾ ਲਓ, ਡੀਸੀ ਤੋਂ ਰਖਵਾ ਲਓ। ਪਰ ਇਹ ਜਿਹੜੀ ਗੱਲ ਕੀਤੀ ਹੈਗੀ ਹੈ ਵੀ ਇੱਕ ਹਾਰੇ ਹੋਏ ਐਮਐਲਏ ਨੇ ਅਗਰ ਰੱਖਿਆ, ਮੈਨੂੰ ਲੱਗਦਾ ਵੀ ਇਹ ਠੀਕ ਨਹੀਂ ਹੈਗਾ। ਫਿਰ ਫਰਾਖ ਦਿਲੀ ਦਿਖਾਣੀ ਚਾਹੀਦੀ ਹੈ ਭਗਵੰਤ ਮਾਨ ਹੋਣਾ ਨੂੰ। ਫਰਾਖ ਦਿਲੀ ਉਹ ਵੀ ਸਿਆਸਤ ਵਿੱਚ ਝੋਟਿਆਂ ਵਾਲੇ ਘਰੋਂ ਲੱਸੀ ਭਾਲਦੇ ਹੋ ਇੰਦਰਪ੍ਰੀਤ ਜੀ। ਚਲੋ ਖੈਰ, ਮੈਂ ਤਾਂ ਭਾਸਕਰ ਸਾਹਿਬ ਇਸ ਗੱਲ ਤੇ ਜਾਣਨਾ ਹੈ ਕਿ ਕਾਹਦੇ ਰੁਤਬੇ ਆਖੇ ਚੀਫ ਸੈਕਟਰੀ ਤੋਂ ਉੱਤੇ ਦਾ ਰੁਤਬਾ ਐਮਐਲਏ ਦਾ। ਕਹਿਣ ਨੂੰ ਤੇ ਬਹੁਤ ਕੁਝ ਹੁੰਦਾ ਹੈ, ਪਤਾ ਉਦੋਂ ਲੱਗਦਾ ਹੈ ਜਦੋਂ ਐਮਐਲਏ ਦਾ ਤੇ ਫੋਨ ਵੀ ਅਟੈਂਡ ਨਹੀਂ ਕਰਦੇ ਬਹੁਤੇ ਚੀਫ ਸੈਕਟਰੀ। ਅਸੀਂ ਅੱਜ ਵਾਲੇ ਦੀ ਗੱਲ ਨਹੀਂ ਕਰਦੇ ਕਿਉਂਕਿ ਮੇਰੇ ਕੋਲ ਐਸਾ ਕੋਈ ਅਨੁਭਵ ਨਹੀਂ, ਸਾਡਾ ਤਾਂ ਫੋਨ ਚੱਕ ਚੁੱਕ ਲੈਂਦੇ ਆ। ਪਰ ਖੈਰ, ਮੈਂ ਭਾਸਕਰ ਸਾਹਿਬ ਇਸ ਗੱਲ ਤੇ ਹੀ ਜਾਊਂਗਾ ਕਿ ਬਹੁਤੀ ਵਾਰੀ ਸਿਆਸਤ ਵਿੱਚ ਸਿਆਣੇ ਬੰਦੇ ਚੀਜ਼ਾਂ ਨੂੰ ਹੌਪਰੇ ਕਰ ਦਿੰਦੇ ਆ। ਉਹ ਕਹਿੰਦੇ ਇਹ ਬੰਦਾ ਸੰਕਟ ਪੈਦਾ ਕਰਦਾ, ਵੱਡਾ ਹੋਣਾ ਚਾਹੁੰਦਾ, ਸੁਰਖੀ ਬਣਨਾ ਚਾਹੁੰਦਾ, ਇਹਨੂੰ ਸੁਰਖੀ ਨਹੀਂ ਦੇਣੀ। ਲੇਕਿਨ ਇੱਥੇ ਤਾਂ ਸੁਰਖੀ ਕਾਦੀ, ਪੂਰਾ ਪੇਜ ਦੇਣ ਨੂੰ ਫਿਰਦੇ ਅਗਲੇ। ਕੀ ਕਹਿੰਦੇ ਹੋ ਜੀ? ਬਿਲਕੁਲ, ਅੱਖਾਂ ਦੇ ਕੰਡੇ ਦੀ ਗੱਲ ਕੀਤੀ ਇੰਦਰਪ੍ਰੀਤ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਦਾ ਅੱਖਾਂ ਦਾ ਕੰਡਾ ਹੈ ਸੁਖਪਾਲ ਖਹਿਰਾ। ਕਦੀ ਅੱਖਾਂ ਦਾ ਤਾਰਾ ਹੁੰਦਾ ਸੀ, ਆਮ ਆਦਮੀ ਪਾਰਟੀ ਦਾ ਚਾਨਣ ਮੁਨਾਰਾ ਹੁੰਦਾ ਸੀਗਾ ਜਦ ਆਪੋਜੀਸ਼ਨ ਯਾਨੀ ਲੀਡਰ ਆਫ ਆਪੋਜੀਸ਼ਨ ਸੁਖਪਾਲ ਖਹਿਰਾ ਹੁੰਦੇ ਸੀਗੇ। ਔਰ ਜਦ ਉਹ ਸਵਾਲ ਕਾਂਗਰਸ ਦੀ ਸਰਕਾਰ ਤੋਂ ਵੀ ਪੁੱਛਦੇ ਸੀ ਨਾ, ਤੇ ਕਾਂਗਰਸ ਦੀ ਵੀ ਸਰਕਾਰ ਨੂੰ ਤਕਲੀਫ ਹੁੰਦੀ ਸੀ। ਹੁਣ ਕਾਂਗਰਸ ਦੇ ਵਿੱਚ ਹੈਗੇ ਨੇ, ਸਰਕਾਰ ਉਹਨਾਂ ਦੀ ਕਦੀ ਭਗਵੰਤ ਮਾਨ ਉਹਨਾਂ ਨਾਲ ਅੱਛੀ ਯਾਰੀ ਹੁੰਦੀ ਸੀ। ਇੱਕੋ ਗੱਡੀ ਦੇ ਵਿੱਚ 200-300 ਕਿਲੋਮੀਟਰ ਸਫ਼ਰ ਕਰਦੇ ਹੁੰਦੇ ਸੀ ਸੁਖਪਾਲ ਖਹਿਰਾ ਤੇ ਭਗਵੰਤ ਮਾਨ ਕੈਂਪੇਨ ਕਰਨ ਵਾਸਤੇ। ਪਰ ਹੁਣ ਸਵਾਲ ਹੀ ਔਖੇ ਪੁੱਛ ਲਏ, ਗਲਤੀ ਕੀ ਸੀ ਸੁਖਪਾਲ ਖਹਿਰਾ ਦੀ? ਮਾਰਚ 29 ਨੂੰ ਉਹ ਐਸਡੀਐਮ ਦੇ ਦਫ਼ਤਰ ਜਾਂਦੇ ਨੇ, ਐਸਡੀਐਮ ਸਾਹਿਬ ਉਸ ਦਫ਼ਤਰ ਦੇ ਵਿੱਚ ਨਹੀਂ ਹੁੰਦੇ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਐਸਡੀਐਮ ਸਾਹਿਬ ਫਗਵਾੜਾ ਉਹਨਾਂ ਦੀ ਐਡੀਸ਼ਨਲ ਚਾਰਜ ਹੈਗਾ, ਉੱਥੇ ਗਏ ਹੋਏ ਨੇ। ਉਹ ਐਸਡੀਐਮ ਸਾਹਿਬ ਨੂੰ ਫੋਨ ਕਰਦੇ ਨੇ ਵੀਡੀਓ ਔਨ ਕਰਕੇ, ਔਰ ਬਾਅਦ ਚੋਂ ਫੇਸਬੁੱਕ ਤੇ ਵੀ ਉਹ ਪਾਉਂਦੇ ਨੇ। ਉਹ ਪੁੱਛਦੇ ਨੇ ਕਿ ਐਸਡੀਐਮ ਸਾਹਿਬ ਕਿੱਥੇ ਹੋ? ਕਹਿੰਦੇ ਮੇਰੇ ਘਰ ਪੂਜਾ ਚੱਲ ਰਹੀ ਹੈ ਤੇ ਮੈਂ ਆਪਣੇ ਘਰ ਆ। ਉਹ ਕਹਿੰਦੇ ਜੀ ਮੈਂ ਤੁਹਾਨੂੰ ਇੱਕ ਕੰਪਲੇਂਟ ਕੀਤੀ ਸੀ ਕਿ ਆਹ ਜਿਹੜਾ ਨੀਂਹ ਪੱਥਰ ਰੱਖਿਆ ਹੈ ਉਹ ਆਪੋਜੀਸ਼ਨ ਦਾ ਡਿਫੀਟਡ ਕੈਂਡੀਡੇਟ, ਇਹ ਤੁਹਾਡੀ ਮਰਜ਼ੀ ਨਾਲ ਰੱਖਿਆ ਹੈ, ਇਹ ਕਿਉਂ ਰੱਖਿਆ ਹੈ? ਇਹਦੀ ਜਿਹੜੀ ਮੈਂ ਕੰਪਲੇਂਟ ਕੀਤੀ ਸੀ ਉਹਦੇ ਉੱਤੇ ਕੀ ਐਕਸ਼ਨ ਲਿੱਤਾ ਹੈ? ਉਹ ਕਹਿੰਦੇ ਜੀ ਮੈਂ ਇਹ ਰੂਰਲ ਡਿਵੈਲਪਮੈਂਟ ਦਾ ਮੁੱਦਾ, ਜਿਹੜੀ ਗੱਲਾਂ ਕਰ ਚੁੱਕੇ ਨੇ ਹੁਣੇ ਇੰਦਰਪ੍ਰੀਤ ਹੋਣਾ। ਉਸ ਤੋਂ ਬਾਅਦ ਗੱਲ ਅੱਗੇ ਚੱਲਦੀ ਹੈ ਔਰ ਉਹ ਐਸਡੀਐਮ ਚੀਫ ਸੈਕਟਰੀ ਨੂੰ, ਸੀਐਮ ਆਫਿਸ ਨੂੰ ਇੱਕ ਮੇਲ ਕਰਦੇ ਨੇ ਕਿ ਜੀ ਮੇਰੀ ਬੜੀ ਫਜ਼ੀਅਤ ਕੀਤੀ,
ਔਰ ਮੈਂ ਬੜਾ ਹਰਟ ਹੋਇਆ। ਉਸ ਹਰਟ ਜਾਂ ਉਸ ਫਜ਼ੀਅਤ ਦੇ ਨਾਂ ਤੇ ਕੱਲ ਇੱਕ ਕੇਸ ਦਰਜ ਕੀਤਾ ਜਾਂਦਾ। ਤੁਸੀਂ ਇਹ ਦੇਖੋ ਕਿ ਕੇਸ ਦੀ ਖੂਬਸੂਰਤੀ, ਕੇਸ ਦਰਜ ਕਿਹੜੇ ਸੈਕਸ਼ਨ ਦੇ ਵਿੱਚ ਕੀਤਾ ਜਾਂਦਾ ਹੈ। ਧਾਰਾ 186, ਧਾਰਾ 179 ਜਿਹੜਾ 189, 342, 500, 506 ਆਫ ਇੰਡੀਅਨ ਪੀਨਲ ਕੋਡ। ਔਰ ਇਹਦੇ ਵਿੱਚੋਂ ਇਲਜ਼ਾਮ ਕੀ ਲਾਏ ਨੇ, ਕਿਉਂਕਿ ਉਸ ਫੋਨ ਕਾਲ ਦੇ ਨਸ਼ਰ ਹੋਣ ਤੋਂ ਬਾਅਦ ਜਿਹੜੇ ਇਲਜ਼ਾਮ ਲਾਏ ਜਾਂਦੇ ਨੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ, ਉਹਦੇ ਵਿੱਚ ਬੜੇ ਹੈਰਾਨੀਜਨਕ ਨੇ। ਉਹ ਕਹਿੰਦੇ ਨੇ ਇਲੀਗਲ ਕਨਫਾਈਨਮੈਂਟ ਹੋਈ, ਗੱਲ ਕੀਤੀ ਸੀ ਉਹਨਾਂ ਨੇ ਫੋਨ ਤੇ ਇਲੀਗਲ ਕਨਫਾਈਨਮੈਂਟ ਤੇ ਹੋਈ ਨਹੀਂ। ਦੂਜੀ ਗੱਲ ਆਬਸਟਰਕਸ਼ਨ, ਕਿਹੜੀ ਆਬਸਟਰਕਸ਼ਨ? ਉਹ ਐਸਡੀਐਮ ਸਾਹਿਬ ਦੇ ਜਿਹੜੀ ਘਰ ਪੂਜਾ ਚੱਲ ਰਹੀ ਸੀ ਉਹਦੇ ਵਿੱਚ ਕੋਈ ਆਬਸਟਰਕਸ਼ਨ ਹੋਇਆ ਹੋਏ ਤੇ ਹੋਇਆ ਹੋਏ, ਅਦਰਵਾਈਜ਼ ਕੋਈ ਆਬਸਟਰਕਸ਼ਨ ਵਾਲੀ ਵੀ ਗੱਲ ਉਸ ਵੀਡੀਓ ਦੇ ਹਿਸਾਬ ਨਾਲ ਨਹੀਂ ਬਣਦੀ। ਔਰ ਤੀਜਾ ਕਹਿੰਦੇ ਨੇ ਥ੍ਰੈਟ ਆਫ ਇੰਜਰੀ ਟੂ ਪਬਲਿਕ ਸਰਵੈਂਟ, ਯਾਨੀ ਇੱਕ ਪਬਲਿਕ ਸਰਵੈਂਟ ਨੂੰ ਮਾਰਨ ਦੀ ਧਮਕੀ ਦੇਣਾ, ਔਰ ਉਸ ਵੀਡੀਓ ਦੇ ਵਿੱਚ ਕੋਈ ਵੀ ਗੱਲ ਪ੍ਰੂਵ ਨਹੀਂ ਹੁੰਦੀ। ਹੁਣ ਸਰਕਾਰ ਦੀ ਸੀਰੀਅਸਨੈਸ ਨੂੰ ਦੇਖੋ, ਡੈਫੇਮੇਸ਼ਨ ਦਾ ਵੀ ਕੇਸ ਪਾਤਾ। ਜਦ ਉਹ ਪੁੱਛਦੇ ਨੇ ਕਿ ਇੱਕ ਆਪੋਜੀਸ਼ਨ ਦਾ ਐਮਐਲਏ ਹਾਰਿਆ ਹੋਇਆ ਜਿਹੜਾ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦਾ, ਉਹ ਨੀ ਪੱਥਰ ਰੱਖਿਆ, ਤੇ ਇਹਦੇ ਵਿੱਚ ਡੈਫੇਮੇਸ਼ਨ ਸਰਕਾਰ ਦੀ ਕਿੱਦਾਂ ਹੋਊਗੀ, ਜਾਂ ਉਹਨਾਂ ਐਸਡੀਐਮ ਸਾਹਿਬ ਦੀ ਵੀ ਕਿੱਦਾਂ ਹੋਊਗੀ। ਔਰ ਫਿਰ ਕ੍ਰਿਮੀਨਲ ਇੰਟੀਮੀਡੇਸ਼ਨ ਦਾ ਵੀ ਕੇਸ ਹੋ ਜਾਂਦਾ, ਜੋ ਮੈਨੂੰ ਲੱਗਦਾ ਸਾਰੀ ਧਾਰਾਵਾਂ ਉਹ ਕਿਸੇ ਖੁੰਦਕ ਕਰਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦ ਵਿਧਾਨ ਸਭਾ ਦੇ ਵਿੱਚ ਕੁਝ ਸਵਾਲ ਔਖੇ ਪੁੱਛ ਲਏ ਸੀਗੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ, ਕਿਉਂਕਿ ਸਵਾਲ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਔਖੇ ਹੀ ਹੁੰਦੇ ਨੇ, ਤੇ ਮੁੱਖ ਮੰਤਰੀ ਕਿਸ ਤਰੀਕੇ ਨਾਲ ਜਵਾਬ ਦੇ ਰਹੀ ਸੀ, ਉਹ ਵੀ ਵੀਡੀਓ ਸ਼ੇਅਰ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ। ਕਿ ਜਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਹਿੰਦੇ ਨੇ ਕਿ ਖਹਿਰਾ ਸਾਹਿਬ ਨੇ ਸਵਾਲ ਪੁੱਛੇ ਸੀ ਉਹਦੇ ਜਵਾਬ ਤੋਂ ਦਿਓ, ਉਹਨਾਂ ਨੇ ਸਵਾਲ ਪੁੱਛੇ ਸੀ ਸੀਚੇਵਾਲ ਉਹਨਾਂ ਦੇ ਔਰ ਲਵਲੀ ਯੂਨੀਵਰਸਿਟੀ ਦੇ ਮਿੱਤਲ ਉਹਨਾਂ ਦੇ, ਕਿ ਉਹਨਾਂ ਨੇ ਸਰਕਾਰੀ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਹੈ, ਹੁਣ ਇਹਦਾ ਜਵਾਬ ਤੋਂ ਦਿਓ। ਕਹਿੰਦੇ ਇਹਨਾਂ ਦਾ ਕੀ ਜਵਾਬ ਦੇਣਾ, ਇਹ ਤਾਂ ਕੁਝ ਵੀ ਬੋਲ ਸਕਦੇ ਆ, ਇਹ ਤਾਂ ਟਵੀਟੋ ਟਵੀਟ ਹੋ ਜਾਂਦੇ ਆ। ਮੁੱਖ ਮੰਤਰੀ ਦਾ ਕਿਸੇ ਆਪੋਜੀਸ਼ਨ ਦੇ ਐਮਐਲਏ ਦੇ ਕੀਤੇ ਹੋਏ ਸਵਾਲ ਦਾ ਏਦਾਂ ਜਵਾਬ ਦੇਣਾ, ਉਹ ਕਿੰਨਾ ਕੁ ਜਸਟੀਫਾਈ ਹੈ। ਔਰ ਜਦ ਇਹ ਗੱਲ ਪਬਲਿਕ ਪਲੇਟਫਾਰਮ ਤੇ ਸੋਸ਼ਲ ਪਲੇਟਫਾਰਮ ਤੇ ਆਉਂਦੀ ਹੈ ਤੇ ਫਿਰ ਕ੍ਰਿਟਿਸਿਜ਼ਮ ਤੇ ਹੁੰਦਾ। ਸਰਕਾਰ ਭਾਵੇਂ 92 ਐਮਐਲਏ ਤੋਂ ਬਣੀ ਹੈ, ਪਰ ਇਹ ਮੰਨਣਾ ਚਾਹੀਦਾ ਕਿ ਹਿਟਲਰ ਦੀ ਸਰਕਾਰ ਨਹੀਂ ਹੈਗੀ। ਜੇ ਤੁਸੀਂ ਕਿਸੇ ਵੀ ਪਬਲਿਕ, ਯਾਨੀ ਗੱਲ ਸੁਖਪਾਲ ਖਹਿਰਾ ਦੀ ਨਹੀਂ ਹੈ, ਤੁਸੀਂ ਐਫਆਈਆਰ ਦੇ ਜ਼ਰੀਏ ਲੋਕਾਂ ਨੂੰ, ਆਪੋਜੀਸ਼ਨ ਪਾਰਟੀ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਅਗਰ ਸਰਕਾਰ ਤੋਂ ਕੋਈ ਸਵਾਲ ਕੀਤਾ ਤੇ ਫਿਰ ਐਦਾਂ ਦਾ ਹੀ ਕੇਸ ਹੋਏਗਾ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਹੋਇਆ। ਕੇਸ ਦੇ ਵਿੱਚ ਬਿਲਕੁਲ ਦਮ ਨਹੀਂ ਹੈ, ਕੋਰਟਾਂ ਦੇ ਵਿੱਚ ਇਹ ਕੇਸ ਕਿਸੇ ਵੀ ਜਗ੍ਹਾ ਨਹੀਂ ਖੜਦਾ, ਪਰ ਇਸ ਕੇਸ ਦੇ ਰਾਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੀ ਸੁਖਪਾਲ ਸਿੰਘ ਖਹਿਰਾ ਉਹਨਾਂ ਕਹਿ ਰਹੇ ਨੇ। ਔਰ ਅਪ੍ਰੈਲ 10 ਨੂੰ ਵੀ ਇੱਕ ਧਰਨਾ ਲਾਉਂਦੇ ਨੇ, ਅਪ੍ਰੈਲ 10 ਦੇ ਵਿੱਚ ਵੀ ਐਸਡੀਐਮ ਸਾਹਿਬ ਫਿਜ਼ੀਕਲੀ ਉਸ ਧਰਨੇ ਦੇ ਵਿੱਚ ਆਉਂਦੇ ਨੇ, ਔਰ ਉਸ ਧਰਨੇ ਦੇ ਵਿੱਚ ਬੜੇ ਡਰੇ ਜਿਹੇ ਲੱਗਦੇ ਨੇ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਉਸ ਧਰਨੇ ਦੇ ਵਿੱਚ ਐਸਡੀਐਮ ਸਾਹਿਬ ਨੂੰ ਕੁਝ ਨਹੀਂ ਕਿਹਾ, ਪਰ ਹੱਥ ਬੰਨ ਕੇ ਐਸਡੀਐਮ ਸਾਹਿਬ ਮਾਈਕ ਤੇ ਆਉਂਦੇ ਨੇ, ਕਹਿੰਦੇ ਨੇ ਜੀ ਕੁਝ ਗਲਤੀਆਂ ਹੋ ਸਕਦੀ ਹੈ, ਗਿਰਦਾਵਰੀ ਦੇ ਟਾਈਮ ਵਿੱਚ ਹੋਏ, ਅਸੀਂ ਲੇਟ ਸ਼ੁਰੂ ਕੀਤਾ, ਮੇਰੇ ਕੋਲ ਪਟਵਾਰੀ ਘੱਟ ਹੈਗੇ ਆ, ਤਹਿਸੀਲਦਾਰ ਮੇਰੇ ਕੋਲ ਹੈ ਹੀ ਨਹੀਂ, ਪਰ ਫਿਰ ਵੀ ਆਪਾਂ ਗਿਰਦਾਵਰੀ ਕਰ ਰਹੇ ਹਾਂ। 14 ਤਰੀਕ ਤੱਕ ਇਹ ਕੰਮ ਖਤਮ ਹੋ ਜਾਏਗਾ, 14 ਅਪ੍ਰੈਲ ਤੱਕ। ਔਰ ਜਦ ਕਿ ਇਹ ਗੱਲਾਂ ਬਿਲਕੁਲ ਹੀ ਸਹੀ ਮਾਹੌਲ ਦੇ ਵਿੱਚ ਹੋਈ ਸੀ, ਉਹਦੇ ਵਿੱਚ ਕਿਸੇ ਵੀ ਜਗ੍ਹਾ ਥ੍ਰੈਟ ਜਾਂ ਫਿਰ ਜਿਹੜੀ ਧਾਰਾਵਾਂ ਲਾਈ ਹੈ ਉਹ ਵੀ ਕੋਈ ਜਸਟੀਫਾਈ ਨਹੀਂ ਹੋ ਰਹੀ। ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦਾ ਅਕਸ ਇਸ ਤਰੀਕੇ ਦੀ ਗੱਲਾਂ ਨਾਲ ਖਰਾਬ ਹੁੰਦਾ ਹੈ। ਲੋਕਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ, ਔਰ ਖਾਸ ਤੌਰ ਤੇ ਅਗਰ ਉਹ ਐਮਐਲਏ ਹੋਏ ਤੇ ਕਿਉਂ ਨਾ ਸਵਾਲ ਪੁੱਛੇ ਆਪਣੀ ਕਨਸਟੀਟਿਊਐਂਸੀ ਦੇ ਲੋਕਾਂ ਦੇ ਵਾਸਤੇ। ਜੇ ਤੁਸੀਂ ਇਸ ਤਰੀਕੇ ਨਾਲ ਕਿਸੇ ਦੀ ਵੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਗੱਲ ਬਹੁਤ ਦੂਰ ਤੱਕ ਚਲੀ ਜਾਏਗੀ। ਔਰ ਜਿਹੜੀ ਗੱਲ ਰੰਧਾਵਾ ਜੀ ਤੁਸੀਂ ਵੀ ਕਹੀ ਹੈ ਕਿ ਕਈ ਵਾਰ ਤੁਸੀਂ ਇਨਐਡਵਰਟੈਂਟਲੀ, ਅੰਗਰੇਜ਼ੀ ਦਾ ਸ਼ਬਦ ਹੈ ਇਨਐਡਵਰਟੈਂਟਲੀ, ਤੁਸੀਂ ਕਿਸੇ ਨੂੰ ਬਹੁਤ ਵੱਡਾ ਕਰ ਦਿੰਦੇ ਹੋ, ਔਰ ਇਹਨਾਂ ਗੱਲਾਂ ਦੇ ਰਾਹੀਂ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਰਾਜਨੀਤਿਕ ਕੱਦ ਵੱਡਾ ਹੋਏਗਾ, ਜਿਹਨੂੰ ਛੋਟਾ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਲੱਗਦਾ ਵੀ ਜੇ ਐਸਡੀਐਮ ਸਾਹਿਬ ਇੰਨੇ ਹੀ ਸੰਵੇਦਨਸ਼ੀਲ ਹੈ ਨਾ, ਕਿਉਂਕਿ ਹੁੰਦੇ ਨੇ ਬੰਦੇ ਸੰਵੇਦਨਸ਼ੀਲ, ਤੇ ਫਿਰ ਐਸਡੀਐਮ ਸਾਹਿਬ ਨੂੰ ਨੌਕਰੀ ਤੋਂ ਪਾਸੇ ਹੋ ਹੀ ਜਾਣਾ ਚਾਹੀਦਾ। ਕਾਹਤੋਂ ਐਵੇਂ ਜੇ ਇਹੋ ਜਿਹੀ ਗੱਲ ਤੇ ਵੀ ਬੇਇੱਜ਼ਤੀ ਮਹਿਸੂਸ ਕਰਨੀ ਆ, ਤੇ ਅਫਸਰੀ ਦਾ ਤੇ ਰੋਹ ਵੀ ਤੇ ਰੁਤਬਾ ਹੀ ਵੱਡਾ ਹੁੰਦਾ। ਮੈਨੂੰ ਲੱਗਦਾ ਉਹਨਾਂ ਨੂੰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਦੇ ਵਿੱਚ ਥੋੜੀ ਪਰੇਸ਼ਾਨੀ ਹੋਈ ਹੋਊਗੀ, ਹੋ ਵੀ ਜਾਂਦੀ ਹੈ ਕਿ ਦੇਖੋ ਜੀ ਆਪਣੇ ਤੋਂ ਐਸਡੀਐਮ ਸਾਹਿਬ ਬੜੇ ਫੰਨੇ ਖਾਂਸੀ ਵਿਆਹਾਂ ਸ਼ਾਦੀਆਂ ਦੇ ਵਿੱਚ 10-10 ਵਾਰੀ ਸੱਦਾ ਦੇਣਾ ਪੈਂਦਾ, ਫੇਰ ਆਉਂਦੇ ਆ, ਆਖਰੀ ਟਾਈਮ ਤੇ ਆਉਂਦੇ, ਪੰਚਰ ਨਾਲ ਗਨਮੈਨ ਹੁੰਦੇ ਆ, ਫਿਰ ਉਹਨਾਂ ਲਈ ਸਪੈਸ਼ਲ ਪ੍ਰਬੰਧ ਕਰਨੇ ਪੈਂਦੇ ਆ, ਤੇ ਉਹ ਉਹਨਾਂ ਨੂੰ ਦੇਖੋ ਜੀ ਕੀ ਕੁਝ ਕਹਿ ਰਹੇ ਖਹਿਰਾ ਸਾਹਿਬ। ਇਹ ਬੇਇੱਜ਼ਤੀ ਵਰਗੀ ਗੱਲ ਤਾਂ ਹੁੰਦੀ ਹੈ, ਪਰ ਜੇ ਇੰਨੀ ਸੰਵੇਦਨਸ਼ੀਲਤਾ ਤੇ ਫਿਰ ਨੌਕਰੀ ਤੋਂ ਪਾਸੇ ਹੋਣਾ ਚਾਹੀਦਾ। ਦੂਜੀ ਗੱਲ, ਤੇ ਖਹਿਰਾ ਸਾਹਿਬ ਨੂੰ ਵੀ ਉਹ ਜਿਹੜੇ ਰੋਬਿਨਹੁੱਡ ਪੋਲਿਟਿਕਸ ਹੈ ਨਾ ਲੁਧਿਆਣੇ ਵਾਲੀ, ਉਹ ਤੋਂ ਗਰੇਜ ਹੀ ਕਰਨਾ ਚਾਹੀਦਾ। ਮੈਨੂੰ ਲੱਗਦਾ ਹਰ ਗੱਲ ਦਾ ਵੀਡੀਓ ਬਣਾਉਣਾ ਕੋਈ ਜਾਇਜ਼ ਨਹੀਂ ਹੁੰਦਾ। ਤੁਸੀਂ ਆਪਣੇ ਕੋਲ ਪ੍ਰੂਫ ਰੱਖ ਲਓ, ਲੋੜ ਪਵੇ ਦੇ ਦਿਓ, ਅਦਰਵਾਈਜ਼ ਮੈਨੂੰ ਲੱਗਦਾ ਕਿ ਬਹੁਤਾ ਪਬਲਿਸਾਈਜ਼ ਵੀ ਨਹੀਂ ਕਰਨਾ ਚਾਹੀਦਾ,
ਖੈਰ ਲੋਕ ਕਹਿਣਗੇ ਤੂੰ ਕਾਤੋਂ ਇਹ ਗੱਲਾਂ ਕਹੀ ਜਾਂਦਾ, ਵੀ ਕਰਨਾ ਚਾਹੀਦਾ। ਅਸੀਂ ਤਾਂ ਜੋਕਾਂ ਵਰਗੀ ਜ਼ਿੰਦਗੀ ਹੰਢਾਈ ਹੈ ਸਿਆਸਤਦਾਨਾਂ ਬਿਊਰੋਕਰੇਟਸ ਨਾਲ, ਜੇ ਕੋਈ ਖੜਾ ਹੁੰਦਾ ਤੇ ਉਹਨੂੰ ਖੜਾ ਹੋਣ ਦਿਓ। ਖੈਰ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਣਾ, ਆਪਾਂ ਨੂੰ ਕੀ, ਆਪਾਂ ਤੇ ਅੱਗੇ ਤੁਰੀਏ। ਇੰਦਰਪ੍ਰੀਤ ਜੀ, ਸਵਾਲ ਇਸ ਗੱਲ ਦਾ ਹੈ ਕਿ ਅੱਜ ਕੈਬਨਿਟ ਬੈਠੂਗੀ। ਮੈਂ ਮਾਮਲਾ ਜਿਹੜਾ ਜਲੰਧਰ ਦੀ ਇਲੈਕਸ਼ਨ ਦਾ ਥੋੜਾ ਜਿਹਾ ਪਿੱਛੇ ਲੈ ਜਾਣਾ, ਹਾਲਾਂਕਿ ਜਲੰਧਰ ਦੀ ਇਲੈਕਸ਼ਨ ਤੇ ਖਹਿਰੇ ਤੇ ਕੇਸ ਹੋਣਾ, ਇਹਨਾਂ ਚੀਜ਼ਾਂ ਨੂੰ ਜੋੜ ਕੇ ਵੀ ਦੇਖਿਆ ਜਾਂਦਾ ਹੈ। ਕਈ ਵਾਰੀ ਇਹ ਚੀਜ਼ਾਂ ਪੁੱਠੀਆਂ ਵੀ ਪੈਂਦੀਆਂ, ਪਤਾ ਨਹੀਂ ਸਰਕਾਰ ਦੇ ਸਲਾਹਕਾਰ ਕੌਣ ਹੈ। ਭਗਵੰਤ ਮਾਨ ਸਾਹਿਬ ਨੂੰ ਇੱਕ ਵਾਰੀ ਦੁਬਾਰਾ ਸੋਚਣ ਦੀ ਲੋੜ ਹੈ ਕਿ ਕੰਨ 'ਚ ਫੂਕਾਂ ਮਾਰਨ ਵਾਲੇ ਜਿਹੜੇ ਆ ਉਹਨਾਂ ਨਾਲ ਬਹਿ ਕੇ ਫੈਸਲਾ ਕਰ ਲਓ ਪਹਿਲਾਂ, ਤੇ ਇਹ ਨਾ ਹੋਵੇ ਕਿ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਮੌਕਾ ਮਿਲਦਾ ਹੁੰਦਾ, ਇਤਿਹਾਸ ਬਣ ਜਾਂਦੇ, ਇਤਿਹਾਸ 'ਚ ਪੁੱਠੇ ਸਿੱਧੇ ਵੀ ਨਾ ਹੋ ਜਾਂਦੇ ਆ। ਖੈਰ ਚੰਗਾ ਕੰਮ ਉਹ ਕਰਪਸ਼ਨ ਦੇ ਖਿਲਾਫ ਕਰ ਰਿਹਾ, ਉਹਨਾਂ ਨੂੰ ਇਹ ਗੱਲ ਦੀ ਵਧਾਈ ਦੇਣੀ ਬਣਦੀ ਹੈ। ਜਲੰਧਰ 'ਚ ਉਹਨਾਂ ਕਈਆਂ ਗੱਲਾਂ, ਪਰ ਇੰਦਰਪ੍ਰੀਤ ਜੀ ਆਪਾਂ ਤੁਰਦੇ ਹਾਂ ਕੈਬਨਿਟ ਦੀ ਮੀਟਿੰਗ ਤੇ। ਅੱਜ ਦੀ ਕੈਬਨਿਟ ਮੀਟਿੰਗ ਕੁਝ ਵੱਡੇ ਫੈਸਲੇ ਲੈ ਸਕਦੀ ਹੈ। ਕੀ ਬੇਅਦਬੀ ਵਰਗੇ ਮਾਮਲਿਆਂ ਤੇ ਕੋਈ ਸਖਤ ਕੈਬਨਿਟ ਦੇ ਵੱਲੋਂ ਫੈਸਲਾ ਲਿਆ ਜਾ ਸਕਦਾ? ਦੂਜੀ ਗੱਲ, ਕੀ ਬੰਦੀ ਸਿੱਖਾਂ ਨਾਲ ਸੰਬੰਧਿਤ ਵੀ, ਕਿਉਂਕਿ ਕੌਮੀ ਇਨਸਾਫ ਮੋਰਚਾ ਬੈਠਾ ਹੋਇਆ, ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਹਾਈ ਕੋਰਟ ਸਖਤ ਹੈ ਕਿ ਤੁਸੀਂ ਸਖਤੀ ਨਹੀਂ ਕਰਦੇ, ਸਰਕਾਰ ਕਹਿੰਦੀ ਹੈ ਇਹ ਸੈਂਸਿਟਿਵ ਮਾਮਲੇ, ਸਖਤੀ ਕੀਤੀ ਨਹੀਂ ਜਾ ਸਕਦੀ। ਕੈਬਨਿਟ ਦੇ ਉੱਤੇ ਕੋਈ ਸਿਧਾਂਤਕ ਫੈਸਲਾ ਲੈ ਸਕਦੀ ਹੈ? ਇਹ ਦੋ ਮਾਮਲੇ। ਰੰਧਾਵਾ ਸਾਹਿਬ, ਜਿਹੜਾ ਤਾਂ ਬੰਦੀ ਸਿੰਘਾਂ ਨੂੰ ਛੱਡਣ ਦਾ ਮਾਮਲਾ ਹੈ, ਉਹਦੇ ਵਿੱਚ ਤਾਂ ਖੁਦ ਇਹ ਸਰਕਾਰ ਕਾਫੀ ਵਾਰੀ ਕਹਿ ਚੁੱਕੀ ਹੈ ਵੀ ਸਾਡੇ ਕੋਲੇ ਤਾਂ ਕੋਈ ਹੈ ਨਹੀਂ ਹੈ, ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਤਾਂ ਕੋਈ ਨਹੀਂ ਹੈ, ਜਿੰਨੇ ਵੀ ਬੰਦੀ ਸਿੰਘ ਨੇ ਉਹ ਬਾਹਰ ਨੇ, ਤੇ ਉਹ ਅਸੀਂ ਤਾਂ ਛੱਡ ਨਹੀਂ ਸਕਦੇ। ਉਹ ਤਾਂ ਉਹਨਾਂ ਦੀਆਂ ਸਰਕਾਰਾਂ ਨੇ ਛੱਡਣੇ ਨੇ ਜਿੱਥੇ ਉਹ ਬੰਦ ਨੇ, ਤੇ ਅਸੀਂ ਤਾਂ ਸਿਰਫ ਉਹਦੇ ਉੱਤੇ ਕੀ ਕਰਦੇ ਕਿ ਪ੍ਰਸਤਾਵ ਪਾਰਿਤ ਕਰਕੇ ਭੇਜ ਦਾਂਗੇ, ਚਿੱਠੀ ਲਿਖ ਦਾਂਗੇ, ਜਾਂ ਜ਼ਿਆਦਾ ਤੋਂ ਜ਼ਿਆਦਾ ਹੋਮ ਮਿਨਿਸਟਰ ਨੂੰ ਮਿਲ ਲਾਂਗੇ ਕਿ ਹੋਮ ਮਿਨਿਸਟਰ ਉਹਨਾਂ ਤੇ ਦਬਾਅ ਬਣਾਏ ਤੇ ਉਹ ਛੱਡੇ ਜਾਣ। ਇਹਦੇ ਵਿੱਚ ਕੈਬਨਿਟ ਨੇ ਤਾਂ ਮੈਨੂੰ ਲੱਗਦਾ ਕਿ ਕੋਈ ਬਹੁਤਾ ਰੋਲ ਪਲੇ ਨਹੀਂ ਕਰਨਾ। ਹਾਂ, ਇੱਕ ਜਿਹੜਾ ਇਸ਼ੂ ਮੇਨ ਹੈਗਾ ਉਹ ਹੈਗਾ ਜਿਹੜਾ ਬੇਅਦਬੀ ਵਾਲਾ ਮਾਮਲਾ ਹੈਗਾ। ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਵਾਲੇ ਮਾਮਲੇ ਦੇ ਨੂੰ ਲੈ ਕੇ ਜਿਹੜਾ ਇੱਕ ਐਕਟ ਪਾਸ ਕੀਤਾ ਸੀ 2018 ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੇ ਰਾਸ਼ਟਰਪਤੀ ਦੀ ਮੋਹਰ ਲਗਵਾਉਣ ਵਾਸਤੇ ਭੇਜਿਆ ਸੀ, ਉਹ ਹਜੇ ਤੱਕ ਹੋਮ ਮਿਨਿਸਟਰੀ ਚ ਫਸਿਆ ਹੋਇਆ ਹੈ, ਉਹਨੂੰ ਹਜੇ ਪਾਸ ਨਹੀਂ ਕੀਤਾ ਸੀ। ਉਹ ਸੀ ਕਿ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਚ ਉਮਰ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਜਾਏ। ਪਹਿਲਾਂ ਇਹੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੀਤਾ ਸੀ 2016 ਦੇ ਵਿੱਚ, ਉਦੋਂ ਲੇਕਿਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਤਾਂ ਕਿਹਾ ਕਿ ਇਹ ਕਿਉਂਕਿ ਲਿਵਿੰਗ ਗੁਰੂ ਹੈ, ਇਸ ਕਰਕੇ ਜਿਹੜਾ ਉਹਨਾਂ ਨੂੰ ਜਿਹੜੀ ਸਜ਼ਾ ਹੈਗੀ ਹੈ ਉਹ ਉਮਰ ਕੈਦ ਦੀ ਮਿਲੇਗੀ। ਲੇਕਿਨ ਜਿਹੜੀਆਂ ਬਾਕੀ ਹੈ ਜਿਵੇਂ ਗੀਤਾ ਹੈ, ਕੁਰਾਨ ਹੈ, ਬਾਈਬਲ ਹੈ, ਇਹਨਾਂ 'ਚ ਉਹਨਾਂ ਨੇ 10 ਸਾਲ ਦੀ ਰੱਖੀ ਸੀ ਸਜ਼ਾ। ਤਾਂ ਗਵਰਨਮੈਂਟ ਆਫ ਇੰਡੀਆ ਨੇ ਇਹ ਐਕਟ ਜਿਹੜਾ ਹੈਗਾ ਉਹ ਮੋੜਤਾ ਸੀ ਬਿੱਲ ਕਿ ਨਹੀਂ ਵੀ ਸਾਰੇ ਧਰਮਾਂ ਦੀ ਜਿਹੜੀਆਂ ਧਾਰਮਿਕ ਗ੍ਰੰਥ ਨੇ ਉਹ ਇੱਕੋ ਤਰ੍ਹਾਂ ਦੇ ਨੇ, ਇਸ ਕਰਕੇ ਉਹ ਇਕੁਅਲੀ ਉਹ ਹੋਣੇ ਚਾਹੀਦੇ ਨੇ, ਤੇ ਸਜ਼ਾ ਵੀ ਜਿਹੜੀ ਹੈਗੀ ਹੈ ਜੇਕਰ ਕਿਸੇ ਦੀ ਵੀ ਬੇਅਦਬੀ ਕੋਈ ਬੰਦਾ ਕਰਦਾ ਹੈ ਤਾਂ ਉਹਦੀ ਸਜ਼ਾ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆ ਕੇ ਇਹਨੂੰ ਸੰਸ਼ੋਧਿਤ ਕਰਕੇ ਦੁਬਾਰਾ ਭੇਜਿਆ ਸੀ, ਪਰ ਹਜੇ ਵੀ ਉਹ ਪਾਸ ਨਹੀਂ ਹੋਇਆ। ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਕਿ ਇਹ ਨਾ ਬਹੁਤ ਸਖਤ ਕਰਤਾ ਤੇ ਇਹਨੂੰ ਸਰਕਾਰਾਂ ਕਿਸੇ ਵਿਅਕਤੀ ਦੇ ਖਿਲਾਫ ਪੋਲੀਟੀਕਲੀ ਤੌਰ ਤੇ ਵੀ ਵਰਤ ਸਕਦੀਆਂ ਨੇ। ਸੋ ਹਜੇ ਉਹ ਮਾਮਲਾ ਉਲਝਿਆ ਹੋਇਆ ਹੈ। ਦਸੰਬਰ 21 ਦੇ ਵਿੱਚ ਵੀ 22 ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹ ਸਾਡੇ ਲਈ ਬਹੁਤ ਜ਼ਰੂਰੀ ਹੈਗਾ, ਕਿਉਂਕਿ ਧਾਰਮਿਕ ਗ੍ਰੰਥਾਂ ਦੀ ਸਾਡੇ ਇੱਥੇ ਬੇਅਦਬੀ ਜਦੋਂ ਹੋ ਜਾਂਦੀ ਹੈ ਤਾਂ ਬਹੁਤ ਸੈਂਸਿਟਿਵ ਹੋ ਜਾਂਦਾ ਤੇ ਸਟੇਟ ਜਿਹੜੀ ਬੋਇਲ ਹੋ ਜਾਂਦੀ ਹੈ, ਤੇ ਤੁਸੀਂ ਘੱਟੋ ਘੱਟ ਇਹਨੂੰ ਪਾਸ ਕਰਕੇ ਭੇਜੋ। ਹੁਣ ਅਸੀਂ ਇਸ ਤੋਂ ਅੰਦਾਜ਼ਾ ਲਗਾਇਆ ਜਾਏ ਰੰਧਾਵਾ ਸਾਹਿਬ, ਜਿਹੜੀ ਕੱਲ ਦੀ ਗੱਲ ਹੈ ਮੋਰਿੰਡਾ ਦੇ ਵਿੱਚ ਜਿਹੜੀ ਬੇਅਦਬੀ ਹੋਈ ਹੈ, ਉਹ ਕੱਲ ਉਹ ਕੇਸ ਜਿਹੜਾ ਉੱਥੇ ਕੋਰਟ 'ਚ ਲੱਗਿਆ ਹੋਇਆ ਸੀ, ਰਿਮਾਂਡ ਦੇ ਉੱਤੇ ਰਿਮਾਂਡ ਮੰਗਿਆ ਜਾ ਰਿਹਾ ਸੀ, ਉਸ ਤੇ ਇੱਕ ਵਕੀਲ ਨੇ ਜਿਹੜੀ ਪਿਸਤੌਲ ਹੈ ਉਹ ਉਸ ਆਰੋਪੀ ਤੇ ਤਾਨਤੀ। ਮਤਲਬ ਫਿਰ ਤਾਂ ਵਕੀਲਾਂ ਨੂੰ ਵੀ ਚੈੱਕ ਕਰਨਾ ਪਊਗਾ ਜੇ ਅੱਗੇ ਤੋਂ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ। ਆਮ ਤੌਰ ਤੇ ਜਦੋਂ ਕੋਈ ਏਦਾਂ ਸੈਂਸਿਟਿਵ ਕੇਸ ਲੱਗਦੇ ਆ, ਤੁਹਾਨੂੰ ਯਾਦ ਹੋਊਗਾ ਕਿ ਉਸ ਦੌਰਾਨ ਸਿਰਫ ਵਕੀਲਾਂ ਦੀ ਐਂਟਰੀ ਕਰਦੇ ਆ ਔਰ ਉਹਦੀ ਦੀ ਕੋਈ ਚੈਕਿੰਗ ਨਹੀਂ ਹੁੰਦੀ, ਸਿਰਫ ਉਹੀ ਅੰਦਰ ਜਾ ਸਕਦੇ ਆ, ਬਾਕੀਆਂ ਨੂੰ ਬਾਹਰ ਕੱਢ ਦਿੰਦੇ ਆ। ਪਰ ਜੇ ਕੋਈ ਵਕੀਲ ਹੀ ਏਦਾਂ ਮਤਲਬ ਗਨ ਲੈ ਕੇ ਚਲਾ ਜਾਊਗਾ, ਉਹ ਤਾਂ ਕੁਦਰਤੀ ਉਹ ਗਨ ਚੱਲੀ ਨਹੀਂ ਤਾਂ ਮਤਲਬ ਕੁਝ ਵੀ ਮਿਸ ਹੈਪਨਿੰਗ ਹੋ ਸਕਦੀ ਸੀ। ਪਰ ਇਹਦੇ ਦੋ ਪਹਿਲੂ ਨੇ, ਇੱਕ ਤਾਂ ਇਹ ਵੀ ਕੀ ਵਕੀਲ ਜਿਹੜੇ ਇੰਨੇ ਸਮਝਦਾਰ ਜਿਹਨੂੰ ਕੌਮ ਆਪਾਂ ਮੰਨਦੇ ਆ ਕਿ ਉਹ ਵੀ ਮਤਲਬ ਇਹ ਜਿਹੜੀਆਂ ਧਾਰਮਿਕ ਬੇਅਦਬੀਆਂ ਹੁੰਦੀਆਂ ਉਸ ਤੋਂ ਜਿਹੜੀ ਇਨਸਾਫ ਨਹੀਂ ਮਿਲਦਾ, ਉਸ ਤੋਂ ਇੰਨੇ ਨਿਰਾਸ਼ ਹੋ ਜਾਂਦੇ ਆ ਕਿ ਇਸ ਤਰ੍ਹਾਂ ਦਾ ਕਾਰਾ ਕਰਨ ਬੈਠਦੇ ਆ, ਜਾਂ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਅਸੀਂ ਬਿੱਲ ਵੀ ਜਿਹੜੇ ਭੇਜਦੇ ਰਹਿੰਦੇ ਆ ਇਹ ਵੀ ਸਿਰਫ ਇੱਕ ਕਾਗਜ਼ੀ ਕਾਰਵਾਈ ਹੈ,
ਹੋਣਾ ਹਵਾਨਾ ਇਸ 'ਚ ਵੀ ਕੁਝ ਨਹੀਂ ਹੈ। ਜਿਹੜੇ 6-6 7-7 ਸਾਲ ਤੋਂ ਬਿੱਲ ਲਟਕੇ ਪਏ ਹੈ ਤਾਂ ਉਹ ਹੋਰ ਵੀ ਲਟਕੇ ਹੋ ਸਕਦੇ ਆ ਜੇ ਤੁਸੀਂ ਕੋਈ ਸਰਕਾਰਾਂ ਇੰਨੇ ਗੰਭੀਰ ਮੁੱਦਿਆਂ ਦੇ ਉੱਤੇ ਵੀ ਬਿੱਲ ਪਾਸ ਕਰਕੇ ਨਹੀਂ ਭੇਜਦੀ ਹੈਗੀ। ਜੀ ਭਾਸਕਰ ਸਾਹਿਬ, ਕਿਉਂਕਿ ਇਹ ਮਾਮਲਾ ਤਾਂ ਲਗਭਗ ਨਜਿੱਠ ਲਿਆ ਗਿਆ, ਕੋਈ ਟਿੱਪਣੀ ਹੋਵੇ ਤਾਂ ਵੈਲਕਮ, ਅਦਰਵਾਈਜ਼ ਆਪਾਂ ਚੱਲਦੇ ਹਾਂ ਜਲੰਧਰ। ਨਹੀਂ, ਇੱਕ ਰੰਧਾਵਾ ਜੀ ਮੈਨੂੰ ਇਹ ਜ਼ਰੂਰ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਜਿਹੜੀ ਲੁਧਿਆਣਾ ਬੁਲਾਈ ਗਈ ਹੈ ਕੈਬਨਿਟ ਦੀ, ਇਹ ਲੁਧਿਆਣਾ ਕਿਉਂ ਬੁਲਾਈ ਗਈ ਹੈ? ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੈਗਾ, ਲੁਧਿਆਣਾ ਦੇ ਵਿੱਚ ਇਹ ਮੀਟਿੰਗ ਹੈ। ਇਸ ਮੀਟਿੰਗ ਦੇ ਏਜੰਡੇ ਦੇ ਵਿੱਚ ਜਿੱਦਾਂ 8 ਕੈਦੀਆਂ ਨੂੰ ਛੱਡਣ ਦੀ ਗੱਲ ਚੱਲ ਰਹੀ ਹੈ ਕਿ ਉਹਨਾਂ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ, ਔਰ ਜਦ 8 ਕੈਦੀਆਂ ਦੀ ਗੱਲ ਹੋ ਰਹੀ ਹੈ ਔਰ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਛੱਡਣ ਦੀ ਗੱਲ ਚੱਲ ਰਹੀ ਹੈ, ਤੇ ਇਹਦਾ ਮਤਲਬ ਉਹਨਾਂ ਨੂੰ ਛੱਡਣ ਦੇ ਵਿੱਚ ਕੋਈ ਅੜਚਨ ਸੀਗੀ, ਉਸ ਅੜਚਨ ਨੂੰ ਦੂਰ ਕਰਨ ਦੀ ਗੱਲ ਚੱਲ ਰਹੀ ਹੈ। ਬੰਦੀ ਸਿੱਖਾਂ ਦੇ ਵੀ ਮੁੱਦੇ ਦੀ ਗੱਲ ਚੱਲ ਰਹੀ ਹੈ, ਸਖਤ ਕਾਨੂੰਨ ਬੇਅਦਬੀ ਵਾਸਤੇ ਬਣਾਇਆ ਜਾਣਾ ਚਾਹੀਦਾ, ਇਹਦੀ ਵੀ ਗੱਲ ਚੱਲ ਰਹੀ ਹੈ। ਇਹਨਾਂ ਸਾਰੀ ਗੱਲਾਂ ਤੋਂ ਇਸ ਤਰਫ ਇੰਡੀਕੇਸ਼ਨ ਤੇ ਹੁੰਦਾ ਹੈ ਕਿ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਕੋਈ ਨਵਾਂ ਇਸ਼ੂ ਰੇਜ਼ ਕਰਨ ਵਾਸਤੇ, ਸਰਕਾਰ ਆਪਣਾ ਅਕਸ ਉੱਤੇ ਕਰਨ ਵਾਸਤੇ ਕੋਈ ਫੈਸਲੇ ਲੁਧਿਆਣੇ ਦੇ ਸਰਕਟ ਹਾਊਸ ਦੇ ਵਿੱਚ ਬੈਠ ਕੇ ਲਏਗੀ, ਔਰ ਉਸ ਤੋਂ ਬਾਅਦ ਉਹ ਸਾਰਾ ਮੰਤਰੀ ਮੰਡਲ ਜਲੰਧਰ ਵੱਲ ਤੁਰ ਪਏਗਾ ਤੇ ਇੱਥੇ ਰੋਡ ਸ਼ੋਅ, ਰੈਲੀਆਂ, ਉਹਨਾਂ ਮੁੱਦਿਆਂ ਨੂੰ ਸਿਆਸੀ ਰੱਥ ਦੇ ਉੱਤੇ ਚੜ੍ਹ ਕੇ ਹੁਣ ਉੱਚੀ ਆਵਾਜ਼ ਦੇ ਵਿੱਚ ਕਹਿਣਗੇ। ਕਿਉਂਕਿ ਜਦ ਕਾਨੂੰਨ ਸਖਤ ਬਣਾਉਣ ਦੀ ਗੱਲ ਹੁੰਦੀ ਹੈ ਬੇਅਦਬੀ ਦੇ ਮੁੱਦੇ ਦੇ ਉੱਤੇ, ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ, ਗ੍ਰੰਥ ਸਾਰਿਆਂ ਦੇ ਰਿਸਪੈਕਟਡ ਹੈਗੇ ਆ, ਉਹਨਾਂ ਮੁੱਦਿਆਂ ਦੇ ਵਿੱਚ ਅਸੀਂ ਧਾਰਮਿਕ ਤੌਰ ਤੇ ਕਿਸੇ ਵੀ ਧਰਮ ਨੂੰ ਵੱਖਰਾ ਨਹੀਂ ਕਰ ਸਕਦੇ ਜਦ ਕੋਈ ਗੱਲ ਕਾਨੂੰਨ ਬਣਾਉਣ ਦੀ ਆਉਂਦੀ ਹੈ। ਪਰ ਇਹਨਾਂ ਗੱਲਾਂ ਦੇ ਉੱਤੇ ਸਖਤ ਸਜ਼ਾ ਦਾ ਪ੍ਰੋਵੀਜ਼ਨ ਕਰਨ ਦੇ ਨਾਲ ਕੀ ਇਹ ਬੇਅਦਬੀਆਂ ਰੁਕ ਜਾਣਗੀਆਂ? ਇਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਸਾਂਝੀ ਯਾਨੀ ਸੋਸ਼ਲ ਰਿਸਪੌਂਸਿਬਿਲਿਟੀ ਵੀ ਇਹ ਗੱਲ ਤੇ ਅਕਸਰ ਕਹੀ ਗਈ ਹੈ ਕਿ ਚਾਹੇ ਧਰਮ ਤੋਂ ਜੁੜੇ ਹੋਏ ਲੋਕ ਹੋਣ, ਸਰਕਾਰਾਂ ਹੋਣ, ਪੁਲਿਸ ਹੋਏ, ਪ੍ਰਸ਼ਾਸਨ ਹੋਏ, ਸਾਰਿਆਂ ਨੂੰ ਆਪਣੇ ਆਪਣੇ ਐਫਰਟਸ ਕਰਕੇ ਏਦਾਂ ਦੀ ਘਟਨਾਵਾਂ ਨਾ ਹੋਣ। ਜਦ ਏਦਾਂ ਦੀ ਘਟਨਾਵਾਂ ਦੇ ਉੱਤੇ ਪੋਲਿਟਿਸਾਈਜੇਸ਼ਨ ਹੁੰਦਾ, ਉਹਦੇ ਉੱਤੇ ਰਾਜਨੀਤੀ ਹੁੰਦੀ ਹੈ, ਤਾਂ ਹੀ ਏਦਾਂ ਦੀ ਗੱਲਾਂ ਦੇ ਉੱਤੇ ਅੱਗੇ ਚੱਲ ਕੇ ਮਤਲਬ ਸਰਕਾਰਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ। ਹੁਣ ਜਿਹੜੀ 2015 ਦਾ ਕੇਸ ਹੈ ਬੇਅਦਬੀ ਦੇ ਵਿੱਚ, ਉਹਦੇ ਵਿੱਚ ਹੋਇਆ ਕੀ? ਹਜੇ ਤੱਕ ਸਰਕਾਰ ਨੇ ਇੱਕ ਰਿਪੋਰਟ ਬਣਾ ਕੇ ਭੇਜਤੀ, ਕੁਝ ਜਥੇਦਾਰਾਂ ਨੂੰ ਉਹ ਰਿਪੋਰਟ ਦੇਤੀ, ਉਹਦੇ ਬਾਰੇ ਚ ਕੋਈ ਗੱਲ ਹੀ ਨਹੀਂ ਕਰ ਰਿਹਾ ਕਿ ਕੋਈ ਕਾਰਵਾਈ ਹੋਈ, ਡੇਰਾ ਮੁਖੀ ਦੇ ਖਿਲਾਫ ਅੱਗੇ ਕਾਰਵਾਈ ਕਿੱਥੇ ਤੱਕ ਪਹੁੰਚੀ, ਕਿਉਂ ਨਹੀਂ ਉਹ ਬੰਦੇ ਹੋਰ ਫੜੇ ਗਏ। ਹੁਣ ਉਸ ਤੋਂ ਇਲਾਵਾ ਜਿਹੜਾ ਗੋਲੀ ਕਾਂਡ ਹੈ ਉਹਦੇ ਉੱਤੇ SIT ਦੀ ਗੱਲਾਂ ਤੁਰ ਰਹੀ ਹੈ, ਔਰ ਸਾਕਾ ਨਕੋਦਰ ਦੀ ਗੱਲਾਂ ਵੀ ਹੁਣ ਜਲੰਧਰ ਦੇ ਵਿੱਚ ਹੋਣ ਲੱਗ ਗਈ ਹੈ। 1986 ਦੇ ਵਿੱਚ ਏਦਾਂ ਦੀ ਹੀ ਘਟਨਾ ਜਿਹੜੀ ਗੋਲੀ ਕਾਂਡ ਬਹਿਬਲ ਕਲਾਂ ਜਾਂ ਕੋਟਕਪੂਰਾ ਦੇ ਵਿੱਚ ਹੋਇਆ ਸੀ, ਜਲੰਧਰ ਵੀ ਹੋਇਆ ਸੀ, ਉਹਦੀ ਗੱਲਾਂ ਇਲੈਕਸ਼ਨਾਂ ਦੇ ਟਾਈਮ ਵਿੱਚ ਹੀ ਹੁੰਦੀ ਹੈ। 2019 ਦੇ ਵਿੱਚ ਵੀ ਇਹ ਗੱਲਾਂ ਕਾਂਗਰਸ ਨੇ ਉਠਾਈ ਸੀ, ਹੁਣ 2023 ਦੇ ਵਿੱਚ ਇਲੈਕਸ਼ਨ ਹੈਗੇ ਆ, ਇਹਦੇ ਵਿੱਚ ਵੀ ਇਹ ਗੱਲਾਂ ਫੇਰ ਉੱਠਣਗੀਆਂ, ਗੱਲਾਂ ਉਠਾ ਕੇ ਫਿਰ ਬੋਤਲ ਵਿੱਚ ਬੰਦ ਕਰ ਦਿੱਤੀ ਜਾਂਦੀ ਹੈ। ਮੈਨੂੰ ਇਹੀ ਲੱਗਦਾ ਜਦ ਤੱਕ ਬੇਅਦਬੀਆਂ ਵਰਗੇ ਸੀਰੀਅਸ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਏਗੀ ਤੇ ਇਹਦਾ ਕੋਈ ਹੱਲ ਨਹੀਂ ਨਿਕਲ ਪਾਏਗਾ, ਇਹਦਾ ਹੱਲ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਜੀ। ਲੇਕਿਨ ਜਿਸ ਤਰੀਕੇ ਦੀ ਕੰਪੇਨ ਜਲੰਧਰ 'ਚ ਹੋ ਰਹੀ ਹੈ, ਮੁੱਖ ਮੰਤਰੀ ਤਾਂ ਆਪਣੀ ਸਥਿਤੀ ਕੱਲ ਸ਼ਾਮ ਨੂੰ ਸਾਫ਼ ਕਰ ਗਏ। ਉਹ ਕਹਿੰਦੇ ਬੁੱਕ ਕੀਤੇ ਜਾਣਗੇ ਸਾਰੇ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ, ਬੜੇ ਜ਼ੋਰਦਾਰ ਤਰੀਕੇ ਨਾਲ ਆਪਣੀ ਕੰਪੇਨ ਕਰ ਰਹੇ ਸੀਗੇ। ਔਰ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਦੀ ਇਮਾਨਦਾਰੀ ਨੂੰ ਕਟਹਿਰੇ 'ਚ ਖੜਾ ਕਰਤਾ, ਇਹਨਾਂ ਦੇ ਤਾਮਝਾਮ, ਇਹਨਾਂ ਦੇ 45 ਕਰੋੜ ਦੇ ਰੈਨੋਵੇਸ਼ਨ ਦੇ ਮਾਮਲੇ ਲੈ ਕੇ, ਸਿਕਿਉਰਿਟੀਜ਼ ਦੇ ਮਾਮਲੇ। ਉਹ ਕਹਿੰਦੇ ਮੁੱਖ ਮੰਤਰੀ ਦੇ ਪਰਿਵਾਰ ਕੋਲ ਤਾਂ 1000 ਬੰਦਾ ਹੈ, ਇਹਨਾਂ ਨੇ 2 ਲੈਂਡ ਕਰੂਜ਼ਰ ਜਿਹੜੀਆਂ ਨੇ ਉਹ ਕੇਜਰੀਵਾਲ ਨੂੰ ਦਿੱਤੀਆਂ ਨੇ, 50 ਬੰਦੇ ਰਾਘਵ ਚੱਡਾ ਨੂੰ ਗਨਮੈਨ ਦੇ ਰੂਪ 'ਚ ਦਿੱਤੇ ਹੋਏ ਆ, ਔਰ ਇਹ ਆਮ ਆਦਮੀ ਆਪਣੇ ਆਪ ਨੂੰ ਕਹਿੰਦੇ ਸੀ ਇਹ ਤਾਂ ਮਹਾਰਾਜੇ ਨੇ। ਔਰ ਇਸੇ ਤਰ੍ਹਾਂ BJP ਕਾਫੀ ਸਖਤ ਗੱਲ ਸੀਗੀ, ਦੇਰ ਸ਼ਾਮ ਨੂੰ ਇਹ ਸਾਰਾ ਸ਼ੁਰੂ ਹੋਇਆ ਬਾਦਲ ਸਾਹਿਬ ਦੇ ਸੰਸਕਾਰ ਤੋਂ ਬਾਅਦ ਹੀ ਇੱਕ ਵਾਰੀ ਕੰਪੇਨ ਨੇ ਫਿਰ ਜ਼ੋਰ ਫੜਿਆ। ਮੈਨੂੰ ਲੱਗਦਾ ਅੱਜ ਦਾ ਦਿਨ ਕਾਫੀ ਭਾਰੀ ਰਹਿਣ ਵਾਲਾ ਹੈ, ਮੁੱਖ ਮੰਤਰੀ ਅਗਲੇ ਦਿਨਾਂ 'ਚ ਕਾਫੀ ਸਮਾਂ ਬਿਤਾਉਣ ਵਾਲੇ ਆ ਜਲੰਧਰ ਦੇ ਵਿੱਚ। ਸੋ ਇਸ ਗੱਲ ਨੂੰ ਵੀ ਹਲਕਾ ਜਿਹਾ ਟੱਚ ਦੇ ਦਿਓ, ਇੰਦਰਪ੍ਰੀਤ ਜੀ ਤੋਂ ਇੱਥੇ ਟਿੱਪਣੀ ਲੈਣੇ। ਨਹੀਂ, ਜਿੱਥੇ ਤੱਕ ਜਲੰਧਰ ਦੀ ਗੱਲ ਹੈਗੀ ਹੈ, ਕੱਲ ਭਗਵੰਤ ਮਾਨ ਉਹਨਾਂ ਇੱਥੇ ਕੈਂਪੇਨ ਕਰ ਰਹੇ ਸੀ, ਉਸ ਤੋਂ ਠੀਕ 1-2 ਘੰਟੇ ਪਹਿਲੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹ ਦਿੱਲੀ ਦੇ ਮੁੱਖ ਮੰਤਰੀ ਦੇ ਨਿਵਾਸ ਤੇ ਖਰਚ ਹੋਏ 45 ਕਰੋੜ ਤੋਂ ਲੈ ਕੇ ਲੈਂਡ ਕਰੂਜ਼ਰ, ਰਾਘਵ ਚੱਡਾ ਦੀ ਕੋਠੀ ਉਹਨਾਂ ਨੂੰ 50 ਕਮਾਂਡੋ ਪੰਜਾਬ ਪੁਲਿਸ ਦੇ ਦਿੱਤੇ ਹੋਏ ਨੇ, 80 ਕਮਾਂਡੋ ਕੇਜਰੀਵਾਲ ਉਹਨਾਂ ਨੂੰ ਪੰਜਾਬ ਪੁਲਿਸ ਦੇ ਦਿੱਤੇ ਹੋਏ ਨੇ, ਔਰ ਲੈਂਡ ਕਰੂਜ਼ਰ 1 ਰਾਘਵ ਚੱਡਾ ਨੂੰ ਵੀ ਤੇ 2 ਕੇਜਰੀਵਾਲ ਉਹਨਾਂ ਨੂੰ ਪੰਜਾਬ ਦੇ ਖਾਤੇ 'ਚ 2.5 ਕਰੋੜ ਰੁਪਏ ਦੀ। ਹਾਲਾਂਕਿ ਮੈਨੂੰ ਕੀਮਤ ਨਹੀਂ ਪਤਾ, ਪਰ ਪ੍ਰਤਾਪ ਬਾਜਵਾ ਉਹਨਾਂ ਦਾ ਕਲੇਮ ਸੀ ਕਿ 2.5 ਕਰੋੜ ਰੁਪਏ ਵਾਲੀ ਲੈਂਡ ਕਰੂਜ਼ਰ ਗੱਡੀਆਂ ਦਿੱਲੀ ਵਾਲਿਆਂ ਨੂੰ ਦਿੱਤੀ ਹੋਈ ਹੈ। ਔਰ ਕਿਸ ਖਾਤੇ ਦੇ ਵਿੱਚ ਦਿੱਤੀ ਹੈ? ਕੁਝ ਕੋਠੀਆਂ ਦਾ ਵੀ ਜ਼ਿਕਰ ਹੋਇਆ ਕਿ ਕਾਫੀ ਸਾਰੀ ਕੋਠੀਆਂ ਮੁੱਖ ਮੰਤਰੀ ਦੇ ਨਾਂ ਤੇ ਬੋਲਦੀਆਂ, ਔਰ ਉਹਦੇ ਵਿੱਚ 50 ਨੰਬਰ ਕੋਠੀ ਤੋਂ ਲੈ ਕੇ 39 ਸੈਕਟਰ ਦੇ ਵਿੱਚ ਕਿਹੜੀ ਕੋਠੀ ਦੇ ਵਿੱਚ ਕੌਣ ਰਹਿੰਦਾ ਹੈ, ਇਹਦਾ ਸਾਰਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ।
ਔਰ ਉਹਦੇ 2 ਘੰਟੇ ਬਾਅਦ ਮੁੱਖ ਮੰਤਰੀ ਦਾ ਰੱਥ ਫਿਲੌਰ ਵੱਲੋਂ ਜਲੰਧਰ ਕੌਂਸਟੀਚੁਐਂਸੀ ਦੇ ਵਿੱਚ ਐਂਟਰ ਹੋਇਆ ਔਰ ਉੱਥੇ ਉਹਨਾਂ ਨੇ ਉਹ तमाम ਕੰਟਰਾਡਿਕਟਰੀ ਗੱਲਾਂ ਕੀਤੀ। ਅਸੀਂ ਆਮ ਆਦਮੀ ਪਾਰਟੀਆਂ ਆਏ, ਤੁਹਾਡੇ ਕੋਲ ਪੈਸੇ ਮੰਗਣ ਆਣਗੇ, ਜਿਹੜੀ 2017 ਤੋਂ ਪਹਿਲੇ ਜਾਂ 2022 ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਲੀਡਰ ਦੂਜੀ ਵਿਰੋਧੀ ਪਾਰਟੀਆਂ ਦੇ ਬਾਰੇ 'ਚ ਜੋ ਕੁਝ ਵੀ ਕਹਿੰਦੇ ਸੀਗੇ ਉਹੀ ਗੱਲਾਂ ਉਹਨਾਂ ਨੇ ਰਿਪੀਟ ਕੀਤੀ ਹੈ। ਪੈਸੇ ਦੇਣ ਆਣਗੇ, ਲੈ ਲੈਣਾ, ਵੋਟ ਸਾਨੂੰ ਪਾਣਾ, ਔਰ ਤੁਸੀਂ ਇਹਨਾਂ ਨਾਲ ਹੱਥ ਮਿਲਾਓਗੇ ਤਾਂ ਦੇਖ ਲੈਣਾ ਤੁਹਾਡੀ ਉਂਗਲ ਤੇ ਨਹੀਂ ਗਾਇਬ ਹੋ ਗਈ। ਇਹਨਾਂ ਮੁੱਦਿਆਂ ਦੇ ਉੱਤੇ ਕਿ ਕਰਪਸ਼ਨ ਦੇ ਮੁੱਦੇ ਦੇ ਉੱਤੇ ਸਾਰੇ ਕਾਂਗਰਸੀਆਂ ਦੀ ਜਾਂ ਬਾਦਲ ਸਰਕਾਰ ਦੇ ਟਾਈਮ ਵਿੱਚ ਜੋ ਕਰਪਸ਼ਨ ਹੋਈ ਉਹਦੀ ਅਸੀਂ ਲਿਸਟ ਬਣਾ ਰਹੇ ਹਾਂ ਤੇ ਅੱਗੇ ਚੱਲ ਕੇ ਸਾਰਿਆਂ ਨੂੰ ਅੰਦਰ ਕਰ ਦਾਂਗੇ। ਜਦ ਤੁਹਾਡੇ ਉੱਤੇ ਫਜ਼ੂਲ ਖਰਚੀ ਦੇ ਆਰੋਪ ਲੱਗ ਰਹੇ ਨੇ, 45 ਕਰੋੜ ਦੀ ਫਜ਼ੂਲ ਖਰਚੀ ਕੇਜਰੀਵਾਲ ਵਰਗੇ ਕੱਟੜ ਇਮਾਨਦਾਰ ਮੁੱਖ ਮੰਤਰੀ ਦੇ ਘਰ ਦੇ ਵਿੱਚ ਲੱਗਣ ਦੀ ਗੱਲ ਹੋ ਰਹੀ ਹੈ, ਉਹਨਾਂ ਸਵਾਲਾਂ ਨੂੰ ਤੁਸੀਂ ਐਡਰੈਸ ਨਹੀਂ ਕਰ ਰਹੇ। ਤੁਸੀਂ ਕਾਂਗਰਸ ਦੀ ਜਾਂ ਫਿਰ ਅਕਾਲੀ ਭਾਜਪਾ ਦੇ ਵਿੱਚ ਹੋਈ ਕਰਪਸ਼ਨ ਦੀ ਗੱਲ ਕਰ ਰਹੇ ਹੋ। ਸਵਾਲ ਕਰਨੇ ਬੜੇ ਸੌਖੇ ਹੁੰਦੇ ਨੇ, ਜਵਾਬ ਦੇਣੇ ਬੜੇ ਔਖੇ ਹੁੰਦੇ ਨੇ। ਕੱਲ ਭਗਵੰਤ ਮਾਨ ਉਹਨਾਂ ਦੇ ਉਸ ਦੌਰੇ, ਉਸ ਰੋਡ ਸ਼ੋਅ ਦੇ ਵਿੱਚ ਵੀ ਇਹ ਗੱਲ ਨਜ਼ਰ ਆਈ। ਕੱਲ ਵੀ ਉਹ ਸਵਾਲ ਖੜਦੇ ਹੋਏ ਨਜ਼ਰ ਆਏ। ਹੁਣ ਤੁਸੀਂ ਰੂਲਿੰਗ ਪਾਰਟੀ ਹੋ, ਸਰਕਾਰ ਹੋ, ਸਰਕਾਰ ਦਾ ਕੰਮ ਹੈਗਾ ਜਵਾਬ ਦੇਣਾ। ਜੇ ਸਰਕਾਰ ਸਵਾਲ ਪੁੱਛਣ ਵਾਲਿਆਂ ਦੇ ਖਿਲਾਫ ਕੇਸ ਕਰਦੇ ਤੇ ਫਿਰ ਜਵਾਬ ਕੌਣ ਦੇਗਾ? ਤੇ ਇਹ ਗੱਲ ਦੂਜੇ ਪਾਸੇ ਤੁਰ ਰਹੀ ਹੈ। ਚਲੋ ਹਰ ਪੋਲੀਟੀਕਲ ਪਾਰਟੀ ਆਪਣਾ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਜਿਸ ਪਾਸੇ ਸਰਕਾਰ ਚੱਲ ਰਹੀ ਹੈ ਹੁਣ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹੁਣ ਉਹ ਆਪੋਜੀਸ਼ਨ ਪਾਰਟੀ ਨਹੀਂ ਹੈ, ਉਹ ਇੱਕ ਰੂਲਿੰਗ ਪਾਰਟੀ ਹੈ, ਉਹ ਸਰਕਾਰ ਹੈ, ਜਵਾਬ ਤੇ ਦੇਣੀ ਪੈਣੀ। ਇੰਦਰਪ੍ਰੀਤ ਜੀ, ਇਹ 'ਚ ਭਾਜਪਾ ਨੇ ਵੀ ਕੱਲ ਕੁਝ ਕਿਹਾ, ਜ਼ਰੂਰ ਟੱਚ ਕਰ ਦਿਓ, ਫਿਰ ਮੈਂ ਤੁਹਾਡੇ ਕੋਲ ਐਨਜੀਟੀ ਵਾਲਾ ਮਾਮਲਾ ਲਿਆਉਣਾ ਹੈ। ਰੰਧਾਵਾ ਸਾਹਿਬ, ਜਿਹੜੀ ਜਲੰਧਰ ਇਲੈਕਸ਼ਨ ਦੀ ਗੱਲ ਭਾਸਕਰ ਸਾਹਿਬ ਹੁਣੀ ਕਰ ਰਹੇ ਸੀਗੀ, ਸੀਐਮ ਸਾਹਿਬ ਨੇ ਆਪਣੀ ਰੋਡ ਸ਼ੋਅ ਦੀ ਗੱਲ ਕੀਤੀ, ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਗੱਲ ਕੀਤੀ ਹੈ, ਉਹਦੇ 'ਚ ਸਿਰਫ ਮੈਂ ਇੱਕ ਗੱਲ ਤਾਂ ਇੰਨੀ ਕੀ ਕਹਿਣਾ ਚਾਹੁੰਦਾ ਸੀ ਕਿ ਦੇਖੋ ਕਈ ਚੀਜ਼ਾਂ ਨਾ ਸਰਕਾਰਾਂ ਕਰ ਰਹੀਆਂ ਨੇ ਪਰ ਛਿਪਾ ਕੇ ਕਰ ਰਹੀਆਂ ਨੇ, ਜਦ ਕਿ ਉਹ ਸਾਰੇ ਆਮ ਵੀ ਕਰ ਸਕਦੀਆਂ ਨੇ। ਉਹਨਾਂ 'ਚੋਂ ਇੱਕ ਚੀਜ਼ ਹੈਗੀ ਹੈ, ਉਹ ਹੈ ਤੁਸੀਂ ਆਪਣੇ OSD ਲਗਾਣੇ ਨੇ। ਜਿਸ ਤਰ੍ਹਾਂ ਹੁਣ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਵੀ ਕਈ ਕੋਠੀਆਂ ਮੁੱਖ ਮੰਤਰੀ ਦੇ ਨਾਂ ਤੇ ਬੋਲਦੀਆਂ ਨੇ, ਤਾਂ ਠੀਕ ਹੈ, ਉਹ ਤਾਂ ਹਰ ਇੱਕ ਮੁੱਖ ਮੰਤਰੀ, ਸਾਰੇ ਜਿੰਨੇ ਵੀ ਕੋਠੀਆਂ ਨੇ ਉਹ ਰਾਈਟ ਹੀ ਮੁੱਖ ਮੰਤਰੀ ਦਾ, ਕੋਟਾ ਹੀ ਮੁੱਖ ਮੰਤਰੀ ਦਾ। ਮੁੱਖ ਮੰਤਰੀ ਨੇ ਹੀ ਅਲਾਟ ਕਰਨੀਆਂ ਨੇ ਕਿ ਕਿਹਨੂੰ ਦੇਣੀ ਹੈ, ਕਿਹਨੂੰ ਨਹੀਂ ਦੇਣੀ, ਕਿੱਥੇ ਦੇਣੀ ਹੈ, ਕਿੱਥੇ ਨਹੀਂ ਦੇਣੀ, ਇਹ ਵੀ ਉਹਨਾਂ ਕੋਲ ਹੈ। ਸਵਾਲ ਸਿਰਫ ਇੰਨਾ ਕੁ ਹੈ ਕਿ ਜਦੋਂ ਆਪਾਂ ਇੱਕ ਨੰਬਰ 'ਚ ਦੇ ਸਕਦੇ ਹਾਂ, ਮਤਲਬ ਕਿ ਇੱਕ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਕਿਸੇ ਨੂੰ ਕੋਈ ਚੀਜ਼ ਦੇ ਸਕਦੇ ਹਾਂ, ਉਹਦੇ ਲਈ ਛਿਪਾ ਕੇ ਦੇਣ ਦੀ ਕੀ ਲੋੜ ਹੈ? ਤੁਸੀਂ OSD ਰੱਖ ਸਕਦੇ ਹੋ, ਤੁਹਾਡੇ ਕੋਲ ਰਾਈਟ ਹੈ ਜੀ। ਈਵਨ ਜਿੰਨੇ ਮੰਤਰੀ ਨੇ ਉਹਨਾਂ ਦੇ ਵੀ ਜਿਹੜੇ OSD ਹੈ ਉਹਨੂੰ ਰੱਖਣ ਦੀ ਪ੍ਰਵਾਨਗੀ ਜਿਹੜੀ ਆ ਮਿਨਿਸਟਰ ਨਹੀਂ ਦਿੰਦਾ, ਉਹ ਚੀਫ ਮਿਨਿਸਟਰ ਦਿੰਦਾ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਕੋਲੇ ਆਪਣੇ ਵੀ ਰੱਖਣੇ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਰੱਖੇ ਸੀ, ਉਸ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਰੱਖੇ ਹੋਏ ਸੀ, ਸੁਖਬੀਰ ਬਾਦਲ ਹੋਰਾਂ ਨੇ ਵੀ ਰੱਖੇ ਹੋਏ ਸੀ। ਤਾਂ ਜਦੋਂ ਰੱਖਣ ਦੀ ਪ੍ਰੋਵੀਜ਼ਨ ਹੈ ਤੇ ਉਸ ਪ੍ਰੋਵੀਜ਼ਨ ਦੇ ਅੰਦਰ ਫਿਰ ਉਹਨਾਂ ਨੂੰ ਕੋਠੀਆਂ ਦੇਣ ਦੀ ਵੀ ਪ੍ਰੋਵੀਜ਼ਨ ਅੱਗੇ, ਸਭ ਕੁਝ ਇੱਕ ਨੰਬਰ 'ਚ ਆ ਜਾਣਾ। ਫਿਰ ਉਹਦੇ ਲਈ ਮਤਲਬ ਇਹ ਦੂਜਾ ਤਰੀਕਾ ਕਰ ਕਿਉਂ ਅਪਣਾਇਆ ਜਾ ਰਿਹਾ? ਇੱਕ ਤਾਂ ਅਗਰ ਜੇ ਅਪਣਾਇਆ ਜਾਂਦਾ ਤਾਂ ਫਿਰ ਤੁਸੀਂ ਆਪੋਜੀਸ਼ਨ ਲਈ ਸਵਾਲ ਛੱਡ ਹੀ ਜਾਂਦੇ ਹੋ, ਉਹ ਵੀ ਉਹ ਤੁਹਾਨੂੰ ਸਵਾਲ ਕਰ ਸਕਣ। ਤੇ ਅਗਰ ਇਹ ਨਹੀਂ ਹੁੰਦਾ, ਮੈਨੂੰ ਲੱਗਦਾ ਦੇ ਸਕਦੇ ਹੁੰਦੇ, ਇੱਕ ਨੰਬਰ 'ਚ ਹੀ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਕਿਸੇ ਕੋਲੇ ਸਵਾਲ ਰਹਿਣਾ ਹੀ ਨਹੀਂ ਸੀ। ਦੂਜੀ ਗੱਲ ਜਿਹੜੀ ਸੁਦਾਨ ਸਿੰਘ ਨੇ ਕਹੀ ਹੈਗੀ ਹੈ, ਜਿਹੜੇ ਭਾਜਪਾ ਦੇ ਇੱਥੇ ਪ੍ਰਭਾਰੀ ਹੈ, ਉਹਨਾਂ ਨੇ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਇਹ ਨੀਤੀਆਂ ਆਪਾਂ ਉਦੋਂ ਹੀ ਲਾਗੂ ਕਰ ਸਕਦੇ ਹਾਂ ਜਦੋਂ ਇੱਥੇ BJP ਦਾ ਰਾਜ ਹੋਏ, BJP ਮਤਲਬ ਦਾ MP ਜਿੱਤੇ। ਸੋ ਉਹ ਵੀ ਆਪਣੇ ਇੱਥੇ ਤਾਂ ਉਹਨਾਂ ਕੋਲ ਕਹਿਣ ਨੂੰ ਕੁਝ ਹੈ ਨਹੀਂ, ਲੇਕਿਨ ਉਹ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨੂੰ ਇੱਥੇ ਕਿਵੇਂ ਇੰਪਲੀਮੈਂਟ ਕਰਨਾ ਹੈ, ਇਹ ਸਾਰੇ ਹੀ ਹੁਣ ਕਰਨ ਲੱਗ ਗਏ ਵੀ ਜਦੋਂ ਤੱਕ ਸਾਡਾ ਬੰਦਾ ਹੋਊਗਾ ਤਾਂ ਹੀ ਕੁਝ ਹੋਊਗਾ, ਅਦਰਵਾਈਜ਼ ਕੁਝ ਨਹੀਂ ਹੋਣਾ। ਤਾਂ ਇਹ ਜਿਵੇਂ ਪਹਿਲਾਂ ਕੇਜਰੀਵਾਲ ਸਾਹਿਬ ਉਸ ਦਿਨ ਕਹਿ ਗਏ, ਅੱਜ ਸੁਦਾਨ ਸਿੰਘ ਹੋਰਾਂ ਨੇ ਇਹੀ ਗੱਲ ਕਹਿਤੀ ਹੈ। ਨਹੀਂ, ਜਿੱਦਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਇੱਕ ਨੰਬਰ ਦੇ ਵਿੱਚ ਇਹ ਕੋਠੀਆਂ ਅਲਾਟ ਕਰ ਸਕਦੇ ਆ, ਫਿਰ 2 ਨੰਬਰ ਦੀ ਲੋੜ ਕੀ ਹੈ? ਨਹੀਂ, ਛਿਪਾ ਕੇ ਕਰਨ ਦੀ ਕੀ ਲੋੜ? ਦਿੱਕਤ ਇਹ ਤਾਂ ਆਉਂਦੀ ਹੈ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕੋਠੀ ਹੋਰ ਰੱਖੀ ਸੀ, ਉਹ ਦਿੱਤੀ ਸੀਗੀ ਆਪਣੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਨੂੰ, ਤੇ ਸਵਾਲ ਤੇ ਉੱਠੇ ਸੀਗੇ। ਹੁਣ ਅਰੂਸਾ ਆਲਮ ਨੂੰ ਇੱਕ ਨੰਬਰ ਦੇ ਵਿੱਚ ਕਿੱਦਾਂ ਕੋਠੀ ਅਲਾਟ ਹੋ ਸਕਦੀ ਹੈ? ਮੈਨੂੰ ਇਹ ਗੱਲ ਸਮਝ ਨਹੀਂ ਆਈ। 50 ਨੰਬਰ ਕੋਠੀ ਰਾਘਵ ਚੱਡਾ ਉਹਨਾਂ ਨੂੰ ਦਿੱਤੀ ਹੈ, ਇਹਦੀ ਗੱਲਾਂ ਚੱਲ ਰਹੀ ਹੈ, ਇਹ ਇੱਕ ਨੰਬਰ ਦੇ ਵਿੱਚ ਕਿੱਦਾਂ ਦਿੱਤੀ ਜਾ ਸਕਦੀ ਹੈ? ਇਹ ਸਮਝ ਨਹੀਂ ਆਉਂਦੀ। ਹੁਣ 39 ਸੈਕਟਰ ਦੇ ਵਿੱਚ ਜਿੰਨੀ ਵੀ ਕੋਠੀਆਂ ਦਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਕੱਲ ਕਰ ਰਹੇ ਸੀ, ਉਹਦੇ ਵਿੱਚ IT ਦੀ ਟੀਮ ਰਹਿੰਦੀ ਹੈ, ਕੋਈ ਮੀਡੀਆ ਦੀ ਟੀਮ ਰਹਿੰਦੀ ਹੈ, ਕਿਸੇ ਜਗ੍ਹਾ ਰੇਰਾ ਦਾ ਚੀਫ ਰਹਿ ਰਿਹਾ, ਜਿਹੜਾ ਰੇਰਾ ਦੇ ਚੀਫ ਦਿੱਲੀ ਵਾਲੇ ਲਾਏ ਸੀਗੇ, ਸ਼ਾਇਦ ਗੋਪਾਲ ਕਰਕੇ, ਸੱਤਿਆ ਗੋਪਾਲ ਕਰਕੇ ਉਹਨਾਂ ਦਾ ਨਾਂ ਸੀਗਾ। ਤੇ ਫਿਰ ਸਵਾਲ ਤੇ ਉੱਠਣਗੇ। ਇਹ ਮਤਲਬ ਨਹੀਂ ਹੈ ਕਿ ਮੁੱਖ ਮੰਤਰੀ ਜਿੰਨੀ ਮਰਜ਼ੀ ਕੋਠੀਆਂ ਸਾਰੀ ਦੀ ਸਾਰੀ ਆਪਣੀ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਦੇ ਦੇ ਤੇ ਫਿਰ ਕੰਮ ਕਿੱਦਾਂ ਚੱਲੂਗਾ? ਇਸ ਕਰਕੇ 1 ਨੰਬਰ ਤੇ 2 ਨੰਬਰ ਦੇ ਵਿੱਚ ਫਰਕ ਹੈ।
ਜਦ 1 ਨੰਬਰ ਵਾਲੀ ਚੀਜ਼ 2 ਨੰਬਰ 'ਚ ਦੇਣੀ ਹੁੰਦੀ ਹੈ ਤੇ ਬਹੁਤ ਕੁਝ ਛੁਪਾ ਕੇ ਰੱਖਣਾ ਹੁੰਦਾ। ਮੁੱਖ ਮੰਤਰੀ ਆਪਣੇ ਨਾਂ ਤੇ ਕੋਠੀਆਂ ਅਲਾਟ ਕਰ ਸਕਦੇ ਨੇ, ਪਰ ਉਹਨਾਂ ਨੇ ਦਿੱਤੀ ਕਿਹਨੂੰ ਹੈ, ਇਹ ਗੱਲ ਇੱਕ ਪੋਲਿਟਿਕਸ ਦਾ ਜਾਂ ਫਿਰ ਵਿਰੋਧੀ ਪਾਰਟੀਆਂ ਜਿਨ੍ਹਾਂ ਨੂੰ ਮੁੱਦਾ ਬਣਾ ਕੇ ਅੱਗੇ ਤੋੜਦੀਆਂ, ਔਰ ਉਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦਾ ਭੱਜਣਾ, ਮੁੱਦੇ ਤੇ ਇਹੀ ਬਣਦੇ ਨੇ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ। ਜੀ ਇੰਦਰਪ੍ਰੀਤ ਜੀ ਤੋਂ ਅਸੀਂ ਇਸ ਗੱਲ ਦਾ ਜਵਾਬ ਲੈਣਾ, ਕਿਉਂਕਿ ਦੇਣਾ ਚਾਹੀਦਾ। ਮੈਂ ਤਾਂ ਉਹ ਕਹਿ ਰਿਹਾ ਸੀ ਰਾਘਵ ਚੱਡਾ ਨੇ ਦਿੱਤੀ ਹੈ, ਮੈਂ ਤਾਂ ਜਸਟ ਉਹ ਕਹਿ ਰਿਹਾ ਸੀ ਰਾਘਵ ਚੱਡਾ ਸਰਕਾਰ ਦੇ ਸਲਾਹਕਾਰ ਵੀ ਹੈਗੇ ਨੇ, ਹੁਣ ਇੱਕ ਬਣਾਈ ਹੈ ਸਲਾਹਕਾਰ ਕਮੇਟੀ ਉਹਨਾਂ ਨੇ। ਉਹ ਨੋਟੀਫਿਕੇਸ਼ਨ ਜਿਹਦੇ ਵਿੱਚ ਸਲਾਹਕਾਰ ਕਮੇਟੀ ਦਾ ਹੈੱਡ ਬਣਾਇਆ ਸੀਗਾ ਰਾਘਵ ਚੱਡਾ ਉਹਨਾਂ ਨੂੰ, ਅੱਜ ਤੱਕ ਰੁਲ ਰਹੀ ਹੈ। ਔਰ ਜਗਮੋਹਨ ਭੱਟੀ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖਟਖਟਾ ਕੇ ਉਸ ਨੋਟੀਫਿਕੇਸ਼ਨ ਦਾ ਸਟੇਟਸ ਮੰਗਿਆ ਸੀ। ਅੱਜ ਤੱਕ ਜਗਮੋਹਨ ਭੱਟੀ ਉਹਨਾਂ ਸਰਕਾਰ ਵੱਲ ਮੂੰਹ ਤੱਕ ਰਹੇ ਨੇ ਕਿ ਦੱਸਣਗੇ ਕਦੀ ਕਿ ਉਹ ਚੇਅਰਪਰਸਨ ਦਾ ਬਣਿਆ ਕਿ ਉਹ ਨੋਟੀਫਿਕੇਸ਼ਨ ਦਾ ਬਣਿਆ ਕਿ ਨੋਟੀਫਿਕੇਸ਼ਨ ਦੇ ਉੱਤੇ ਸਰਕਾਰ ਵੀ ਚੁੱਪ ਹੈ। ਤੇ ਹੁਣ ਰਾਘਵ ਚੱਡਾ ਉਹਨਾਂ, ਜੇ ਮੈਂ ਕਿਸੇ ਨੂੰ ਵੀ ਪੁੱਛੋ ਕਿ ਰਾਘਵ ਚੱਡਾ ਉਹਨਾਂ ਸਲਾਹਕਾਰ ਕਮੇਟੀ ਦੇ ਹੈੱਡ ਹੈਗੇ ਨੇ, ਮੈਨੂੰ ਲੱਗਦਾ ਨਹੀਂ ਕਿ ਸਰਕਾਰ ਦੇ ਵਿੱਚ ਵੀ ਕੋਈ ਕਹੇਗਾ ਨਹੀਂ ਹਜੇ ਤੱਕ ਨਹੀਂ ਹੈਗੇ। ਉਹ ਵੀ ਤਦ ਜਦ ਨੋਟੀਫਿਕੇਸ਼ਨ ਕਥਿਤ ਤੌਰ ਤੇ ਜਾਰੀ ਹੋ ਚੁੱਕਿਆ। ਪਰ ਇਹ ਏਦਾਂ ਦੀ ਸਥਿਤੀ ਹੁਣ ਏਦਾਂ ਹੀ ਚੱਲਦੀ ਰਹੇਗੀ। 5 ਸਾਲ ਲੰਘ ਜਾਣਗੇ, 5 ਸਾਲ ਬਾਅਦ ਕੋਠੀਆਂ 2 ਨੰਬਰ ਵਿੱਚ, ਗੱਡੀਆਂ 2 ਨੰਬਰ ਦੇ ਵਿੱਚ ਚੱਲਦੀਆਂ ਰਹਿਣਗੀਆਂ, ਔਰ ਸਰਕਾਰ ਉਹਨਾਂ ਗੱਲਾਂ ਦੇ ਉੱਤੇ ਜਵਾਬ ਦੇਣ ਤੋਂ ਕਤਰਾਂਦੀ ਰਹੀ। ਰਾਘਵ ਚੱਡਾ ਨੇ ਕਿਸੇ ਵੱਡੀ ਅਖਬਾਰ ਦੇ ਕਨਕਲੇਵ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਵੈਬ ਚੈਨਲ ਦੀ ਇੰਟਰਵਿਊ 'ਚ ਕਿਹਾ, ਵੈਸੇ ਤੇ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਇਲੈਕਟ੍ਰੋਨਿਕ ਚੈਨਲ ਵੀ ਸ਼ੁਰੂ ਕੀਤੇ ਆ, ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤਾਂ ਕਿਸੇ ਵੱਡੇ ਚੈਨਲ ਤੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਸੁਪਰ ਸੀਐਮ ਪੰਜਾਬ ਦਾ ਕਿਹਾ ਜਾਂਦਾ, ਉਹ ਕਹਿੰਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਨਾਲੇ ਮੁਸਕਰਾਈ ਜਾਂਦੇ ਸੀ, ਮਤਲਬ ਅੱਧੀ ਸਹਿਮਤੀ ਦੇ ਰਹੇ ਸੀ, ਅੱਧੀ ਨਹੀਂ ਦੇ ਰਹੇ ਸੀ। ਉਹ ਕਹਿੰਦੇ ਹਾਂ ਮੈਂ ਸੁਪਰ ਭਰਾ ਜ਼ਰੂਰ ਹਾਂ ਮੁੱਖ ਮੰਤਰੀ ਦਾ, ਸੋ ਸੁਪਰ ਭਰਾ ਨੂੰ ਕੁਝ ਨਾ ਕੁਝ ਸਹੂਲਤਾਂ ਤਾਂ ਮਿਲਦੀਆਂ ਨੇ। ਪਰ ਖੈਰ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਮਾਮਲਾ ਅਜੇ ਅੱਧ 'ਚ ਫਸਿਆ ਹੋਇਆ। ਇਹ ਫੈਸਲਾ ਮੁੱਖ ਮੰਤਰੀ ਤੇ ਰਾਘਵ ਚੱਡੇ ਦੇ ਦਰਮਿਆਨ ਕੇਜਰੀਵਾਲ ਸਾਹਿਬ ਕਰਾਉਣਗੇ। ਉਹ ਦਿੱਲੀ ਬਹੁਤ ਫਸੇ ਹੋਏ ਨੇ, ਉਹਨਾਂ ਦੇ ਸਭ ਤੋਂ ਵੱਡੇ ਮੰਤਰੀ ਅੰਦਰ ਨੇ, ਉੱਥੇ ਬਹੁਤ ਸੰਕਟ ਬਣੇ ਹੋਏ ਆ। ਇਸ ਕਰਕੇ ਅਜੇ ਇਹਨਾਂ ਮਾਮਲਿਆਂ ਤੇ ਤੁਸੀਂ ਬਹੁਤਾ ਜ਼ਿਆਦਾ ਦਿਲ ਤੇ ਨਾ ਲਾਓ, ਫੈਸਲੇ ਕਰਾਂਗੇ, ਮੌਕਾ ਆਉਣ ਦਿਓ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਥੋਂ ਬੇਨਤੀ ਕਰਨੀ, ਉਹਨਾਂ ਦੇ ਜਿਹੜੇ ਬਹੁਤ ਅਹਿਮ ਅਫਸਰ ਨੇ ਬਿਊਰੋਕ੍ਰੇਸੀ ਦੇ, ਉਹਨਾਂ ਨੂੰ ਵੀ ਅਗਲੀ ਮੀਟਿੰਗ 'ਚ ਇੱਕ ਫੈਸਲਾ ਕਰੋ। ਮੁੱਖ ਮੰਤਰੀ ਸਾਹਿਬ ਦੇ ਨਾਲ ਦੀਆਂ 2 ਕੋਠੀਆਂ ਜਿਹੜੀਆਂ ਨਾ ਜੀ, ਉਹ ਜਿਹੜੇ ਬਹੁਤ ਖਾਹਿਸ਼ੀ ਲੋਕ ਨੇ ਪੰਜਾਬ ਦੇ, ਖਾਹਿਸ਼ੀ, ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ, ਜਿਨ੍ਹਾਂ 'ਚ ਖਹਿਰਾ ਸਾਹਿਬ ਵੀ ਹੋਣਗੇ, ਜਿਨ੍ਹਾਂ 'ਚ ਬੈਂਸ ਵੀ ਹੋਣਗੇ, ਜਿਨ੍ਹਾਂ 'ਚ ਹੋਰ ਬੜੇ ਲੋਕ ਨੇ ਜਿਨ੍ਹਾਂ ਦੀ ਕਦੇ ਵਾਰੀ ਆਈ ਨਹੀਂ। ਸੋ ਮੇਰਾ ਮਤਲਬ ਇਹ ਹੈ ਕਿ ਆਮ ਬੰਦੇ ਵੀ, ਭਾਸਕਰ ਸਾਹਿਬ ਵਰਗੇ ਜਿਹੜੇ ਕਦੇ ਚਾਹਣ ਵੀ ਮੈਂ ਮੰਤਰੀ ਵਾਲੀ ਕੋਠੀ 'ਚ ਰਹਿਣਾ, ਇਹ 2 ਕੋਠੀਆਂ ਰਾਖਵੀਆਂ ਕਰਨੀਆਂ ਚਾਹੀਦੀਆਂ। ਇਹਨਾਂ ਦਾ ਕਿਰਾਇਆ ਭਾਵੇਂ ਲੱਖ ਰੁਪਈਆ ਰੱਖ ਲਓ, ਰਾਤ ਦਾ 50,000 ਰੱਖ ਲਓ, ਉਹਨਾਂ ਨੂੰ ਜਿੰਨੇ ਦਿਨ ਰਹਿਣਾ ਚਾਹਣ ਬੁੱਕ ਕਰਾਓ। ਫਿਰ ਇਹ ਦੇਖੋ ਖਾਹਿਸ਼ਮੰਦ ਕਿੰਨੇ ਲੋਕ ਆ ਪੰਜਾਬ 'ਚੋਂ, ਤੁਹਾਨੂੰ ਸਿਆਸੀ ਇੱਛਾ ਸ਼ਕਤੀ ਦਾ ਪਤਾ ਲੱਗੂ ਕਿ ਤੁਹਾਡੀ ਜਿਹੜੀਆਂ ਇਹ 2 ਕੋਠੀਆਂ ਕਿੰਨੇ ਦਿਨ ਖਾਲੀ ਰਹੀਆਂ। ਉਸ ਲੇਨ ਦੇ ਵਿੱਚ ਇਹ ਕੋਠੀਆਂ ਜਿਹੜੀਆਂ ਇਸ ਤਰ੍ਹਾਂ ਦੇ ਪ੍ਰਾਵਧਾਨ ਥੱਲੇ ਲਿਆਉਣੀਆਂ ਚਾਹੀਦੀਆਂ, ਤਾਂ ਕਿ ਤੁਹਾਨੂੰ ਪੰਜਾਬ ਦੀ ਜਰਖੇਜ਼ ਮਿੱਟੀ ਦਾ ਪਤਾ ਲੱਗੇ ਕਿ ਲੋਕਾਂ ਅੰਦਰ ਬੀਜ ਕਿੰਨੇ ਪਏ ਮੰਤਰੀ ਬਣਦੇ। ਆਪਾਂ ਚੱਲਦੇ ਆ, ਦਰਿਆਵਾਂ ਦੇ ਨਾਲ ਸੱਚਮੁੱਚ ਕਈ ਜ਼ਮੀਨਾਂ ਦੱਬੀਆਂ ਹੁੰਦੀਆਂ ਨੇ, ਬੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਹੁੰਦੀਆਂ ਜਿਹੜੀਆਂ ਦਰਿਆਵਾਂ ਦੇ ਵਹਿਣ ਥੱਲੇ ਆ ਜਾਂਦੀਆਂ ਨੇ, ਤੇ ਫਿਰ ਉਹ ਦੂਜੇ ਬੰਨੇ ਜਾ ਕੇ ਉਹਦੀ ਜਗ੍ਹਾ ਤੇ ਆਪਣੀ ਜ਼ਮੀਨ ਲੱਭਣ ਲੱਗ ਜਾਂਦੇ ਆ। ਪਰ ਬਹੁਤ ਸਾਰੇ ਬੰਦੇ ਐਸੇ ਵੀ ਨੇ ਜਿਨ੍ਹਾਂ ਨੇ ਇਸ ਆੜ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਸਸਤੇ ਭਾਵਾਂ ਤੇ ਲਈ ਹੋਈ ਆ, ਔਰ ਬਹੁਤ ਸਾਰੀ ਜਗ੍ਹਾ ਤੇ ਦਰਿਆ ਪਾਰ ਜਾਣ ਦੇ ਸਾਧਨ ਵੀ ਨਹੀਂ ਹੁੰਦੇ, ਬੇੜੀਆਂ ਥਾਣੀ ਨਿਕਲਿਆ ਜਾਂਦਾ। ਸਾਡੇ ਇੱਧਰ ਰਾਵੀ ਵਾਲੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਆ, ਬਿਆਸ ਦਰਿਆ ਦੀ ਵੀ ਬਹੁਤ ਸਾਰੀ ਜ਼ਮੀਨ ਨੱਪੀ ਹੋਈ ਆ। ਹੁਣ NGT ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਚੀਫ ਸੈਕਟਰੀ ਆਫ ਪੰਜਾਬ ਨੂੰ ਕੁਝ ਕਿਹਾ, ਕੱਲ ਤੁਸੀਂ ਵਧਾਈ ਦੇਣੀ ਅੱਗੇ। NGT ਦਾ ਦੇਖੋ ਕੇਸ ਜਿਹੜਾ ਹੈਗਾ ਸਤਲੁਜ ਦਰਿਆ ਦੇ ਲਾਗੇ, ਉਹ ਫਿਰੋਜ਼ਪੁਰ ਤੱਕ 47 ਕਿਲੋਮੀਟਰ ਜਿਹੜੀ ਲੈਂਡ ਹੈ ਉਹਦੇ ਉੱਤੇ ਕਬਜ਼ੇ ਹੋਏ ਨੇ। ਜਿਹੜੀ ਇਹ ਖਬਰ ਸਾਡੇ ਪੰਜਾਬੀ ਜਾਗਰਣ 'ਚ ਛਪੀ ਸੀ ਬਹੁਤ ਪ੍ਰਮੁਖਤਾ ਨਾਲ, ਤੇ ਉਹਦੇ ਬਿਹਾਫ ਤੇ ਇੱਕ NGT 'ਚ ਕੇਸ ਫਾਈਲ ਕੀਤਾ ਸੀਗਾ। ਉਸ ਤੇ NGT ਨੇ ਕਿਹਾ ਕਿ ਇਹਦੇ ਉੱਤੇ ਤੁਸੀਂ ਦੇਖੋ ਕਿ ਸਤਲੁਜ ਦਰਿਆ ਜਿਹੜਾ ਹੈਗਾ ਉਹ ਫਲੱਡ ਪ੍ਰੋਨ ਏਰੀਆ ਹੈ, ਉੱਥੇ ਹਰ ਸਾਲ ਦੇਖੋ ਫਲੱਡ ਆਉਂਦੇ ਆ। ਜਦੋਂ ਖਾਸ ਤੌਰ ਤੇ ਮੀਂਹ ਜ਼ਿਆਦਾ ਪੈਂਦੇ ਆ ਤਾਂ ਬਿਆਸ ਦਰਿਆ ਵੀ ਉੱਥੇ ਆ ਕੇ ਹਰੀਕੇ ਪੱਤਨ 'ਚ ਇਸ 'ਚ ਮਿਲ ਜਾਂਦਾ ਹੈ, ਉਧਰੋਂ ਸਤਲੁਜ ਦਰਿਆ, 2 ਦਰਿਆ ਇਕੱਠੇ ਹੋ ਕੇ ਅੱਗੇ ਵੱਧਦੇ ਆ ਉੱਥੋਂ, ਤਾਂ ਉਹ ਬਹੁਤ ਜ਼ਿਆਦਾ ਫਲੱਡਿੰਗ ਹੁੰਦੀ ਆ ਉੱਥੇ। ਤਾਂ ਉੱਥੇ ਜੇ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਣਗੇ ਤਾਂ ਨੁਕਸਾਨ ਹੋਊਗਾ, ਇਹਨੂੰ ਖਾਲੀ ਕਰਾਓ ਤੁਸੀਂ, ਇਹ ਇੰਸ਼ੋਰ ਕਰੋ। ਕੱਲ ਉਹਨਾਂ ਨੇ ਚੀਫ ਸੈਕਟਰੀ ਨੂੰ ਕਿਹਾ ਵੀ ਇਹ ਸਾਰਾ 47 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਇਹ ਖਾਲੀ ਕਰਵਾਓ। ਰੰਧਾਵਾ ਸਾਹਿਬ ਐਕਚੁਅਲੀ ਕੀ ਹੈ ਕਿ ਦਰਿਆਵਾਂ ਦੇ ਨਾਲ
ਦਰਿਆ ਦੇਖੋ ਹੁਣ ਸਾਰੇ ਜਿਹੜੇ ਹੈਗੇ ਨੇ ਉਹ ਪੂਰੇ 9 ਮਹੀਨੇ 10 ਮਹੀਨੇ ਤਾਂ ਤੁਸੀਂ ਸਮਝੋ ਖਾਲੀ ਹੋ ਰਹਿੰਦੇ ਆ, ਕਿਉਂਕਿ ਉੱਪਰ ਅਸੀਂ ਸਾਰੇ ਦਰਿਆਵਾਂ ਦੇ ਉੱਤੇ ਡੈਮ ਬਣਾ ਲਏ ਆ। ਪਰ ਦਰਿਆ ਦਾ ਜਿਹੜਾ ਮਤਲਬ ਜਿਹੜਾ ਬੈੱਡ ਹੈ ਉਹ ਉਨਾ ਹੀ ਚੌੜਾ ਹੈ, ਕਿਉਂਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਉਦੋਂ ਦਰਿਆ ਕਿੱਧਰ ਦੀ ਵਹੇਗਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ। ਤਾਂ ਉਸ ਦੀ ਜਿਹੜੀ ਲੈਂਡ ਹੈ ਉਹ ਐਕਚੁਅਲੀ ਤਾਂ ਕਿਸਾਨਾਂ ਦੀ ਹੋਈ ਲੈਂਡ ਹੈ, ਪਰ ਕਿਉਂਕਿ ਉਹ ਵਹਿਣ ਦੇ ਵਿੱਚ ਆ ਜਾਂਦੀ ਹੈ ਤੇ ਇਸ ਕਰਕੇ ਉਸ ਤੇ ਉਹ ਖੇਤੀ ਜ਼ਿਆਦਾ ਕਰਦੇ ਨਹੀਂ ਹੈ। ਪਰ ਹੁਣ ਕੀ ਕਰਨ ਲੱਗ ਗਿਆ ਕਿਸਾਨ ਕਿ ਉਸ ਜ਼ਮੀਨ ਨੂੰ ਥੋੜਾ ਥੋੜਾ ਉੱਚਾ ਕਰਨ ਲੱਗ ਗਿਆ, ਤਾਂ ਕਿ ਜਿਹੜੀ ਪਾਣੀ ਜਿਹੜਾ ਉਹ ਥੱਲੋਂ ਦੀ ਬਹਿ ਜੇ। ਤੇ ਇੱਥੇ ਵੀ ਜਿਹੜਾ 47 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਦੀ ਹੋਈ ਕਾਰਵਾਈਆਂ ਕੀਤੀਆਂ ਹੋਈਆਂ ਨੇ ਕਿ ਪਾਣੀ ਥੱਲੋਂ ਦੀ ਬਹਿ ਜੇ ਤੇ ਅਸੀਂ ਜਿਹੜੀ ਫਸਲ ਹੈ ਜਿਹੜੀ ਮਤਲਬ ਚਾਹੇ ਉਹ ਕਣਕ ਲੱਗ ਜੇ, ਮੈਨੂੰ ਲੱਗਦਾ ਕਿ ਪੈਡੀ ਪੂਡੀ ਤਾਂ ਨਹੀਂ ਲੱਗਦੀ, ਲਗਾਉਂਦੇ ਤਾਂ ਹੈਗੇ ਪਰ ਹੋਣ ਦੀ ਨਹੀਂ, ਕਿਉਂਕਿ ਦਰਿਆ ਦੇ ਵਿੱਚੋਂ ਫਿਰ ਬਹਿ ਜਾਂਦੀ ਹੈ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ। ਪਰ ਇੱਕ ਦੋ ਫਸਲਾਂ ਜਿਹੜੀਆਂ ਨੇ ਉਹ ਲੈ ਲੈਂਦੇ ਇਸ ਤੇ ਦਰਿਆ ਦੇ ਵਿੱਚ, ਖਾਸ ਤੌਰ ਤੇ ਜਿਹੜੀਆਂ ਇਹ ਕਣਕ ਵਰਗੀਆਂ ਹੈਗੀਆਂ ਨੇ, ਕਿਉਂਕਿ ਉਹ ਉੱਥੇ ਕੋਈ ਖਰਚਾ ਨਹੀਂ ਹੁੰਦਾ, ਇੰਨੀ ਉਪਜਾਊ ਮਿੱਟੀ ਹੁੰਦੀ ਹੈ ਦਰਿਆ ਦੇ ਉੱਪਰੋਂ ਜਿਹੜੇ ਆਂਦੀ ਹੈ, ਕੀ ਨਾਮ ਹੈ, ਪਹਾੜਾਂ ਚੋਂ ਆਂਦੀ ਹੈ ਜਿਹੜੀ ਬਰਸਾਤਾਂ ਨਾਲ, ਉਹਦੇ ਵਿੱਚ ਬਹੁਤ ਉਪਜਾਊ ਮਿੱਟੀ ਹੁੰਦੀ ਹੈ, ਉਹਨਾਂ ਦੀ ਕਣਕਾਂ ਕੁਣਕਾਂ ਚੰਗੀਆਂ ਹੋ ਜਾਂਦੀਆਂ। ਇਸ ਕਰਕੇ ਜਿਹੜੇ ਵੱਡੇ ਵੱਡੇ ਮਤਲਬ ਸੱਤਾਧਾਰੀ ਹੈਗੇ ਨੇ ਉਹਨਾਂ ਦੀ ਨਿਗਾਹ ਉੱਤੇ ਰਹਿੰਦੀ ਹੋਈ ਹੈ, ਕੌਡੀਆਂ ਦੇ ਭਾਅ ਤੇ ਉਹ ਲੈ ਕੇ ਤੇ ਉਸ ਤੇ ਆਪਣੀਆਂ ਖੇਤੀਆਂ ਕਰੋ, ਚਾਹੇ ਅੱਗੇ ਕਿਸੇ ਨੂੰ ਵੇਚ ਦਿਓ। ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਕਰਦੇ ਰਹਿੰਦੇ ਆ। ਸੋ ਇਹ ਵੀ ਉਸੇ ਤਰ੍ਹਾਂ ਦਾ ਹੀ ਮਾਮਲਾ ਹੈ ਜਿਸ ਤੇ ਐਨਜੀਟੀ ਨੇ ਮਤਲਬ ਆਰਡਰ ਕੀਤਾ ਹੈ ਕਿ ਇਹਨੂੰ ਜਲਦ ਤੋਂ ਜਲਦ ਖਾਲੀ ਕਰਾਇਆ ਜਾਏ। ਮਤਲਬ ਆਪਾਂ ਚੀਫ ਸੈਕਟਰੀ ਸਾਹਿਬ ਨੂੰ ਅੱਜ ਦਿਨੇ ਫੋਨ ਲਾਈਏ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਨਿਸ਼ਾਨਦੇਹੀ ਡਿਮਾਰਕੇਸ਼ਨ ਕਰ ਰਹੇ ਹੋਗੇ ਕਬਜ਼ਿਆਂ ਵਾਲੀ, ਜਿਹੜੀ ਕਿਸੇ ਦੇ ਕਬਜ਼ੇ 'ਚ ਨਾ ਹੋਈ, ਕੋਈ 100-200 ਕਿੱਲਾ ਇਕੱਠੀ, ਉਹ ਸਾਨੂੰ ਚੰਕ ਦੇ ਦਿਓ। ਆ ਟੀਵੀ ਟੂਵੀ ਦੇ ਵਿੱਚ ਕਾਫੀ ਮਸ਼ੱਕਤ ਕਰਨੀ ਪੈਂਦੀ, ਕੋਈ ਡੇਰਾ ਖੋਲੀਏ, ਕੋਈ ਨਵੀਂ ਵਿਚਾਰਧਾਰਾ ਪ੍ਰਗਟ ਕਰੀਏ। ਅਸੀਂ ਕਿਹੜਾ ਰਜਨੀਸ਼ ਵਾਲੀ ਕਰਨੀ ਆ, ਓਸ਼ੋ ਵਾਲੀ, ਅਸੀਂ ਤਾਂ ਕੋਈ ਬਹੁਤ ਸਹਿਜ ਅਵਸਥਾ ਵਾਲੀ ਕਰਾਂਗੇ ਜਿੱਥੇ ਜਿੰਨੇ ਬਿਊਰੋਕਰੇਟ ਵਿਹਲੇ ਹੋ ਕੇ ਆ ਜਾਇਆ ਕਰਨ, ਬੂਟੇ ਸੋਹਣੇ ਲਾਵਾਂਗੇ, ਸਾਰਾ ਕੁਝ ਕਰਾਂਗੇ। ਸੋ ਆਖਰ ਦੇ ਵਿੱਚ ਭਾਸਕਰ ਸਾਹਿਬ ਜਿਹੜਾ ਵਿਜੀਲੈਂਸ ਵਾਲਾ ਮਾਮਲਾ ਇਹਨੂੰ ਐਡਰੈਸ ਕਰ ਦਿਓ। ਵਿਜੀਲੈਂਸ ਬਿਊਰੋ ਫਿਰ ਦੁਬਾਰਾ ਚਰਚਾ ਤੇ ਖੈਰ ਰਹਿੰਦਾ ਹੀ ਹੈ, ਉਹਨੂੰ ਦੁਬਾਰਾ ਕਹਿਣਾ ਵੀ ਏਦਾਂ ਲੱਗਦਾ ਹੈ ਕਿ ਵੀ ਰੋਜ਼ ਇੱਕੋ ਗੱਲ ਕਰੀਏ। ਤੇ ਬ੍ਰਹਮ ਮਹਿੰਦਰਾ ਉਹਨਾਂ ਦੀ ਮੁਸੀਬਤਾਂ ਵੱਧ ਚੁੱਕੀ ਹੈ। ਹੁਣ ਵਿਜੀਲੈਂਸ ਫੀਤੇ ਲੈ ਕੇ ਤਿਆਰ ਹੈ ਤੇ ਬਹੁਤ ਛੇਤੀ ਬ੍ਰਹਮ ਮਹਿੰਦਰਾ ਉਹਨਾਂ ਦੀ ਉਹ ਸਾਰੀ ਪ੍ਰਾਪਰਟੀਆਂ ਦੀ ਪਮਾਇਸ਼, ਭਾਵੇਂ ਉਹ ਪਟਿਆਲੇ ਦੇ ਵਿੱਚ ਰਾਜਪੁਰਾ ਦੇ ਵਿੱਚ ਹੈਗੀ ਹੈ, ਚੰਡੀਗੜ੍ਹ ਦੇ ਲਾਗੇ ਛਾਗੇ ਹੈਗੀ ਹੈ, ਜਾਂ ਹੋਰ ਵੀ ਕਿਤੇ ਹੈਗੀ ਹੈ, ਕਥਿਤ ਤੌਰ ਤੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ, ਦੇਖੋ ਉਹ ਸਾਰੀ ਚੀਜ਼ਾਂ ਕਥਿਤ ਤੌਰ ਤੇ ਹੀ ਹੁੰਦੀਆਂ। ਔਰ ਜਦ ਕਥਿਤ ਤੌਰ ਤੋਂ ਬਾਅਦ ਪਮਾਇਸ਼ ਤੋਂ ਬਾਅਦ ਜਦ ਇਹ ਬੋਲਦੀਆਂ ਚੀਜ਼ਾਂ ਰਿਕਾਰਡ ਦੇ ਵਿੱਚ ਕਿ A+B+C ਜਿਹੜਾ ਬ੍ਰਹਮ ਮਹਿੰਦਰਾ, ਤੇ ਗੱਲ ਉੱਥੇ ਜਾ ਕੇ ਟਿਕਦੀ ਹੈ ਜਦ ਇਹ ਥਿਓਰਮ ਪਾਸ ਹੁੰਦੀ ਹੈ। ਉਹ ਵਿਜੀਲੈਂਸ ਪ੍ਰੂਵ ਕਰ ਦਿੰਦੇ ਆ ਵੀ ਇਹ ਤੁਹਾਡੀ ਹੈਗੀ ਹੈ। ਉਹਨਾਂ ਗੱਲਾਂ ਦੀ ਤਰਫ ਵਿਜੀਲੈਂਸ ਤੁਰੀ ਹੋਈ ਹੈ। ਕੁਲਦੀਪ ਵੈਦ ਉਹਨਾਂ ਹਜੇ ਤੱਕ ਆਪਣਾ ਰਿਕਾਰਡ ਪੂਰਾ ਨਹੀਂ ਕਰ ਪਾਏ, ਲੁਧਿਆਣੇ ਦੇ ਕਈ ਚੱਕਰ ਲਾਏ ਨੇ ਉਹਨਾਂ ਨੇ, ਪਰ ਹਜੇ ਵੀ ਉਹਨਾਂ ਦਾ ਪ੍ਰਾਪਰਟੀ ਦਾ ਰਿਕਾਰਡ ਕਹਿੰਦੇ ਆ ਅਧੂਰਾ ਹੈ। ਤੇ ਅਗਲੀ ਵਾਰ ਦੁਬਾਰਾ ਪੇਪਰ ਦੇਣ ਵਾਸਤੇ ਉਹ ਵਿਜੀਲੈਂਸ ਦਫ਼ਤਰ ਵਿੱਚ ਜਾਣਗੇ। BIS ਚਾਲ ਉਹਨਾਂ 30 ਅਪ੍ਰੈਲ ਨੂੰ ਜਾ ਰਹੇ ਨੇ ਉਸ ਮੁਹਾਲੀ ਆਫਿਸ ਦੇ ਵਿੱਚ, ਜਿੱਦਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਜਿਸ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ BIS ਚਾਲ ਉਹਨਾਂ ਦੀ ਤੂਤੀ ਬੋਲਦੀ ਸੀਗੀ, ਉਸ ਤੂਤੀ ਵਾਲੇ ਦਫ਼ਤਰ ਦੇ ਵਿੱਚ 30 ਅਪ੍ਰੈਲ ਨੂੰ ਉਹ ਪੇਸ਼ ਹੋ ਸਕਦੇ। ਤੁਸੀਂ ਸੁੰਦਰ ਸ਼ਾਮ ਅਰੋੜਾ ਜੀ ਦਾ ਜ਼ਿਕਰ ਹੀ ਨਹੀਂ ਕੀਤਾ, ਉਹਨਾਂ ਦਾ ਵੀ ਇੱਕ ਮਾਮਲਾ ਸੀ। ਓਹੋ, ਸੁੰਦਰ ਸ਼ਾਮ ਅਰੋੜਾ ਉਹਨਾਂ ਦੀ ਜ਼ਿਕਰ ਤੇ ਕਰਨਾ ਬਹੁਤ ਬਣਦਾ ਹੈ, ਕਿਉਂਕਿ ਉਹਨਾਂ ਨੂੰ ਵੀ ਧਰਮ ਸੋਤ ਵਰਗਾ ਪਹਿਲੇ ਇੱਕ ਕੇਸ ਵਿੱਚ ਫਸਾਇਆ। ਉਹ ਪਹਿਲੇ ਪੂਰਵ ਮੰਤਰੀ ਸੀਗੇ, ਜਿਹੜੇ ਮੰਤਰੀਆਂ ਨੂੰ ਤੁਸੀਂ ਅਕਸਰ ਸੁਣਿਆ ਹੋਵੇਗਾ ਵੀ ਰਿਸ਼ਵਤ ਲੈਂਦੇ ਹੋਏ ਫੜੇ ਗਏ। ਜਿਹੜਾ ਰਿਸ਼ਵਤ ਦਿੰਦੇ ਹੋਏ ਫੜਿਆ ਗਿਆ ਹੋਏ ਉਹ ਮੇਰੇ ਖਿਆਲ ਨਾਲ ਪੂਰੇ ਦੇਸ਼ ਦੇ ਵਿੱਚ ਪਹਿਲਾ ਮੰਤਰੀ, ਪੂਰਵ ਮੰਤਰੀ ਕਹਾਂਗੇ ਆਪਾਂ, ਲੇਕਿਨ ਉਹ ਵੀ BJP ਦੇ। ਹੁਣ ਕਿਉਂਕਿ BJP ਦੇ ਹੋ ਗਏ ਨੇ, ਪੂਰਵ ਮੰਤਰੀ ਤੇ ਉਹ ਕਾਂਗਰਸ ਦੇ ਹੁੰਦੇ ਸੀ ਤੇ ਉਹ ਫੜੇ ਗਏ ਸੀ, 50 ਲੱਖ ਵੀ ਗਏ, ਜੇਲ੍ਹ ਵੀ ਜਾਣਾ ਪਿਆ। ਤੇ ਉਸ ਤੋਂ ਬਾਅਦ ਵਿਜੀਲੈਂਸ ਨੇ ਇੱਕ ਹੋਰ ਕੇਸ ਕਰਤਾ ਸੀਗਾ, ਉਹ PSIC ਦਾ, ਜਿਹੜਾ ਮੁੱਦੇ ਦੇ ਉੱਤੇ ਗੁਲਮੋਹਰ ਟਾਊਨਸ਼ਿਪ ਨੂੰ 25 ਏਕੜ ਪਲਾਟ ਦੀ ਗੱਲ, ਫਿਰ ਉਹਦਾ ਬਾਈਫਰਕੇਸ਼ਨ, ਇਹ ਗੱਲਾਂ ਸੁਪਰੀਮ ਕੋਰਟ ਤੱਕ ਵੀ ਚਲੀਆਂ। 4 ਹਫ਼ਤੇ ਦੀ ਲਾਈ ਹੋਈ ਹੈ ਰੋਕ, ਔਰ ਬੇਲ ਹੁਣ ਉਹ 3-4 ਅਫਸਰਾਂ ਦੀ ਤੇ ਹੋ ਗਈ ਸੀ। ਹੁਣ ਸੁੰਦਰ ਸ਼ਾਮ ਅਰੋੜਾ ਉਹਨਾਂ ਕਿੱਥੇ ਪਿੱਛੇ ਰਹਿਣੇ ਸੀਗੇ। ਉਹ ਕਹਿੰਦੇ ਮੈਂ ਤੇ ਕਿਸੇ ਫਾਈਲ ਦੇ ਉੱਤੇ ਸਾਈਨ ਤੱਕ ਨਹੀਂ ਕੀਤੇ, ਮੈਨੂੰ ਕਿਉਂ ਫਸਾਇਆ ਹੋਇਆ ਇਸ ਗੱਲ ਦੇ ਵਿੱਚ। ਔਰ ਉਹਨਾਂ ਦੇ ਵਕੀਲ ਨੇ ਪੁਰਜ਼ੋਰ ਤਰੀਕੇ ਨਾਲ ਆਪਣੀ ਗੱਲ ਰੱਖੀ, ਸਰਕਾਰ ਨੂੰ ਗਿਆ ਨੋਟਿਸ। ਮਈ 3 ਨੂੰ ਦੁਬਾਰਾ ਸੁੰਦਰ ਸ਼ਾਮ ਅਰੋੜਾ ਉਹਨਾਂ ਦੇ ਇਸ ਮੁੱਦੇ ਦੇ ਵਿੱਚ ਬਣੂਗਾ ਕਿ ਉਹਦੇ ਉੱਤੇ ਹਾਈ ਕੋਰਟ ਦੇ ਵਿੱਚ ਕੋਈ ਫੈਸਲਾ ਹੋ ਸਕਦਾ ਹੈ। ਇੰਦਰਪ੍ਰੀਤ ਜੀ ਕੋਈ ਗੱਲ ਆਖਰ ਦੇ ਵਿੱਚ ਕਰਨੀ ਆ, ਉਹ ਕਿ ਤੁਸੀਂ, ਮੈਂ ਤੁਹਾਨੂੰ ਦੱਸਾਂ, ਜਿਹੜੇ ਤੁਸੀਂ ਚੰਡੀਗੜ੍ਹ ਦੇ ਜਰਨਲਿਸਟ ਹੋ ਨਾ, ਖਰਾਬ ਬੜੇ ਤੁਸੀਂ ਅੱਜ ਕੱਲ ਨਾ, ਕੋਈ ਖਬਰ ਕੱਢਦੇ ਹੀ ਨਹੀਂ, ਪਤਾ ਨਹੀਂ ਸਰਕਾਰਾਂ ਦੇ ਨਾਲ ਤੁਰ ਪਏ ਹੋ ਅੰਦਰਲੇ ਪਾਸੇ। ਸਰਕਾਰ ਤਾਂ ਸਾਰੀ ਉੱਤੇ ਜਲੰਧਰ ਬੈਠੀ ਹੈ। ਮੈਂ ਕਿਹਾ ਸਰਕਾਰ ਸਾਰੀ ਜਲੰਧਰ ਬੈਠੀ ਹੋਈ ਸੀ ਤੇ ਭਾਸਕਰ ਸਾਹਿਬ ਦੇ ਹਵਾਲੇ ਕਰ ਰੱਖੀ ਹੈ ਸਾਰੀ ਸਰਕਾਰ।
ਵੀ ਇਹ ਕੱਢ ਲੈਣ ਖਬਰਾਂ ਹੁਣ ਉੱਤੇ ਹੀ ਬੈਠ ਕੇ। ਸਾਡੇ ਤਾਂ ਉੱਤੇ ਹੁਣ ਕੋਈ ਹੱਥ ਪੱਲਾ ਪੈ ਨਹੀਂ ਰਿਹਾ। ਛੁੱਟੀਆਂ ਹੋ ਰਹੀਆਂ ਨੇ, ਕੱਲ ਬਾਲ ਸਾਹਿਬ ਦੀ ਸੰਸਕਾਰ ਕਰਕੇ ਛੁੱਟੀ ਕੀਤੀ ਹੋਈ ਸੀ, ਇਸ ਕਰਕੇ ਮਤਲਬ ਅੱਜ ਵਾਕਈ ਅੱਜ ਕੱਲ ਖਬਰਾਂ ਦੀ ਘਾਟ ਹੈ। ਦੇਖੋ ਇਸੇ ਕਰਕੇ ਭਾਸਕਰ ਸਾਹਿਬ ਦੀ ਮੁੱਛ ਦਾ ਵੇਖੋ ਤਾਤ, ਤੁਸੀਂ ਵੇਖਦੇ ਹੋ ਨਾ, ਇਹਦਾ ਮਤਲਬ ਹੈ ਜਿੱਥੇ ਤਾਕਤ ਚਲੇ ਜਾਂਦੀ ਹੈ ਬੰਦਾ ਅੱਤ ਕਰਾਉਂਦਾ ਹੈ। ਇਹ ਇਹਨਾਂ ਦੇ ਚਿਹਰੇ ਦਾ ਰੰਗ, ਇਹਨਾਂ ਦਾ ਮੁਸ਼ਕੜੀਆਂ ਹੱਸਣਾ, ਮੁੱਛ ਤੇ ਹੱਥ, ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਵੀ ਅੱਜ ਕੱਲ ਤਾਕਤ ਜਲੰਧਰ 'ਚ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।